ਨਰਤ ਆਏ, ਦੇਖ ਦੇਖ ਮਨ ਅਨਖ ਬਢਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਰੂਪ ਸਰੂਪ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹੋ, ਸਾਹਿਬ ਨਸੀਬ ਹੋ, ਤੁਮ ਕਰਮਾਂ ਵਾਲੇ ਹੋ ਜੋ ਬੜੇ ਪਿਆਰ ਸਹਿਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਰੀਬ ਨਿਵਾਜ ਜੀ ਦੇ ਪਵਿੱਤਰ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਸੁਖਕਾਰੀ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ। ਚੱਲ ਰਹੇ ਪ੍ਰਸੰਗ ਅਨੁਸਾਰ ਗੁਜਰਾਤ ਦੇ ਇਲਾਕੇ ਤੋਂ ਭਾਈ ਮੱਖਣ ਸ਼ਾਹ ਲੁਬਾਣਾ ਬਾਬਾ ਬਕਾਲਾ ਸਾਹਿਬ ਪੂਰੇ ਗੁਰੂ ਨੂੰ ਮਿਲਣ ਵਾਸਤੇ ਪਹੁੰਚਦਾ ਹੈ। ਇੱਥੇ ਆ ਕੇ ਵੇਖਦਾ ਕਿ ਬਾਈ ਝੂਠੇ ਗੁਰੂ, ਪਖੰਡੀ ਗੁਰੂ ਆਪਣੀਆਂ ਆਪਣੀਆਂ ਮੰਜੀਆਂ ਲਾ ਕੇ ਬੈਠੇ ਨੇ। ਉਹਨਾਂ ਸਾਰਿਆਂ ਦੀ ਪਰਖ ਕੀਤੀ, ਕਿਸੇ ਨੇ ਵੀ ਦਿਲ ਦੀ ਨਾ ਜਾਣੀ। ਅਖੀਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਗਿਆ। ਮਹਾਰਾਜ ਜੀ ਨੇ ਇਹਦੇ ਦਿਲ ਦੀ ਜਾਣੀ ਹੈ। ਜੋ ਕੁਝ ਸਮੁੰਦਰ 'ਚ ਵਾਪਰਿਆ ਉਹ ਸਾਰਾ ਕੁਝ ਦੱਸਿਆ। ਇਹਦੇ ਕੋਲ ਗੁਰੂ ਘਰ ਦੀ ਸੁਖਣਾ ਦੀ 500 ਮੋਹਰ ਹੈ, ਨਾਲ ਦਸਵੰਧ ਦੀ ਮਾਇਆ। ਸਾਹਿਬ ਜੀ ਨੇ ਕਿਰਪਾ ਕਰਕੇ ਦੱਸਿਆ, ਭਾਈ 500 ਮੋਹਰ ਤੇਰੇ ਕੋਲ ਉਸ ਵੇਲੇ ਦੀ ਹੈ ਜਦੋਂ ਤੂੰ ਅਰਦਾਸ ਕੀਤੀ ਸੀ ਕਿ ਮੇਰਾ ਬੇੜਾ ਬੰਨੇ ਲੱਗੇ ਤੇ ਮੈਂ ਗੁਰੂ ਘਰ 500 ਮੋਹਰ ਚੜਾਵਾਂਗਾ। ਦੂਸਰਾ ਤੇਰੇ ਕੋਲ ਦਸਵੰਧ ਦੀ ਮਾਇਆ ਹੈ ਤੇ ਗੁਰੂ ਘਰ ਦੀ ਇੰਨੀ ਮਾਇਆ ਦੇ ਵਿੱਚੋਂ ਚੜਾ ਕਿੰਨੇ ਰਿਹਾ, ਕੀ ਭੇਟਾ ਕਰ ਰਿਹਾ? ਸਿਰਫ 2 ਮੋਹਰਾਂ। ਗੁਰੂ ਘਰ ਦੀ ਮਾਇਆ ਜਿਹੜੀ ਉਹ ਰੱਖੀ ਦੀ ਨਹੀਂ। ਜਦੋਂ ਆਹ ਬੋਲ ਸੁਣੇ ਨਿਹਾਲ ਹੋ ਗਿਆ। ਗਰੀਬ ਨਿਵਾਜ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ, ਵਾਪਸ ਡੇਰੇ ਗਿਆ। ਬਹੁਤ ਸੋਹਣੇ ਪੁਸ਼ਾਕੇ, ਸਾਰੀ ਮਾਇਆ ਲਿਆ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕੀਤੀ। ਮਹਾਰਾਜ ਜੀ ਨੂੰ ਬੇਨਤੀ ਕਰਕੇ ਮਨਾ ਕੇ ਬਾਹਰ ਸੋਹਣਾ ਦੀਵਾਨ ਸਜਾਇਆ, ਸੋਹਣਾ ਥੜਾ ਬਣਾਇਆ, ਉੱਪਰ ਚੰਦੂਆ। ਗਰੀਬ ਨਿਵਾਜ ਮਹਾਰਾਜ ਜੀ ਨੂੰ ਉਸ ਥੜੇ ਉੱਪਰ ਬਿਠਾ ਕੇ ਔਰ ਮੱਖਣ ਸ਼ਾਹ ਆਪ ਉੱਚੇ ਚਬਾਰੇ ਤੇ ਉੱਚੀ ਅਟਾਰੀ ਤੇ ਚੜ ਗਿਆ। ਗੁਰੂ ਲਾਧੋਰੇ, ਗੁਰੂ ਲਾਧੋਰੇ ਇਹ ਹੋਕਾ ਦਿੱਤਾ, ਪਿਆਰਿਓ ਭੋਲੀਏ ਸੰਗਤੇ, ਜਿਹੜਾ ਸੱਚਾ ਗੁਰੂ ਹੈ, ਗੁਰੂ ਨਾਨਕ ਦੀ ਗੱਦੀ ਦਾ 9ਵਾਂ ਵਾਰਿਸ ਹੈ, ਉਹ ਗੁਰੂ ਲੱਭ ਗਿਆ। ਇਹ ਜਿਹੜੇ ਬਾਕੀ 22 ਬੈਠੇ ਨੇ ਇਹ ਸੱਚੇ ਨਹੀਂ। ਇਸ ਲਈ ਆਓ ਸੱਚੇ ਨੂੰ ਪੂਜੋ, ਸੱਚੇ ਨਾਲ ਜੁੜੋ, ਸੱਚੇ ਨੂੰ ਮੱਥਾ ਟੇਕੋ। ਐਵੇਂ ਝੂਠਿਆਂ ਦੇ ਪਿੱਛੇ, ਐਵੇਂ ਪਖੰਡੀਆਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਖਰਾਬ ਨਾ ਕਰੋ। ਇਸ ਤਰ੍ਹਾਂ ਮੱਖਣ ਸ਼ਾਹ ਨੇ ਕੋਠੇ ਤੇ ਚੜ ਕੇ ਉੱਚੀ ਉੱਚੀ ਗੁਰੂ ਲਾਧੋਰੇ, ਗੁਰੂ ਲਾਧੋਰੇ ਦਾ ਰੌਲਾ ਪਾਇਆ, ਹੋਕਾ ਦਿੱਤਾ। ਇਹ ਆਵਾਜ਼ ਸੁਣ ਕੇ ਸੰਗਤਾਂ ਸਤਿਗੁਰੂ ਜੀ ਦੇ ਦੀਦਾਰ ਨੂੰ ਉਮੜ ਪਈਆਂ। ਗਰੀਬ ਨਿਵਾਜ ਮਹਾਰਾਜ ਜੀ ਦੇ ਕੋਲ ਸੰਗਤਾਂ ਦੀ ਭੀੜ ਲੱਗ ਗਈ। ਮੱਖਣ ਸ਼ਾਹ ਲੁਬਾਣਾ ਆਪ ਅਟਾਰੀ ਤੋਂ ਉਤਰਿਆ। ਭਰੇ ਸੰਗਤਾਂ ਦੇ ਇਸ ਇਕੱਠ ਵਿੱਚ ਉਹਨੇ ਬੇਨਤੀ ਕੀਤੀ ਸੰਗਤਾਂ ਨੂੰ, ਸਾਰੀ ਵਾਰਤਾਲਾਪ ਦੱਸੀ। ਪਿਆਰਿਓ, ਸਮੁੰਦਰ ਵਿੱਚ ਮੇਰਾ ਬੇੜਾ ਫਸਿਆ, ਮੈਂ ਅਰਦਾਸ ਕੀਤੀ, ਗੁਰੂ ਨੇ ਮੇਰਾ ਬੇੜਾ ਬੰਨੇ ਲਾਇਆ। ਇਹਨਾਂ ਬਾਈਆਂ ਦੇ ਕੋਲ ਜਾ ਜਾ ਕੇ ਮੈਂ ਮੱਥੇ ਟੇਕੇ, ਇਹਨਾਂ ਚੋਂ ਕਿਸੇ ਇੱਕ ਨੇ ਵੀ ਮੇਰੇ ਦਿਲ ਦੀ ਗੱਲ ਨਹੀਂ ਜਾਣੀ। ਕਿਸੇ ਇੱਕ ਨੇ ਵੀ ਇਹਨਾਂ ਬਾਈਆਂ ਚੋਂ ਗੁਰੂ ਘਰ ਦੀ ਭੇਟਾ ਦਾ ਮੇਰੇ ਨਾਲ ਜ਼ਿਕਰ ਨਹੀਂ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੁੰਦਰ ਵਿੱਚ ਵਾਪਰੀ ਸਾਰੀ ਉਹ ਘਟਨਾ ਵੀ ਦੱਸੀ ਹੈ। ਗੁਰੂ ਘਰ ਦੀ ਮਾਇਆ ਜੋ ਮੈਂ ਸੁਖੀ ਸੀ ਉਹ ਵੀ ਦੱਸੀ ਹੈ, ਦਸਵੰਧ ਦੀ ਮਾਇਆ ਵੀ ਦੱਸੀ ਹੈ। ਤੇ ਦੂਸਰੀ ਗੱਲ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਕਿਹਾ ਸੀ, ਬਾਬਾ ਵਸੇ ਜੇ ਗ੍ਰਾਮ ਬਕਾਲੇ,
ਬਕਾਲੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਬਾਬਾ ਦਾਦਾ ਜੀ ਲੱਗਦੇ ਨੇ। ਇਹਨਾਂ ਤੋਂ ਬਿਨਾਂ ਕੋਈ ਵੀ ਹੋਰ ਸੋਢੀ ਨਹੀਂ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਰਿਸ਼ਤੇਦਾਰੀ ਵਿੱਚੋਂ ਦਾਦਾ ਲੱਗਦਾ ਹੋਵੇ। ਇਸ ਲਈ ਇਹ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ। ਉਸ ਦੇ ਨਾਲ ਨਾਲ ਦੀਵਾਨ ਦਰਗਾਹਮਲ, ਭਾਈ ਗੜੀਆ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੰਸ਼ ਚੋਂ ਭਾਈ ਦਵਾਰਕਾ ਦਾਸ, ਉਹਨਾਂ ਨੇ ਆ ਕੇ ਵੀ ਇਹ ਪਹਿਲਾ ਅਰਦਾਸ ਕਰਕੇ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੀਤੀ ਹੈ। ਸੰਗਤਾਂ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਵਾਸਤੇ ਹਾਜ਼ਰ ਹੋ ਪਈਆਂ। ਮੱਖਣ ਸ਼ਾਹ ਲੁਬਾਣਾ 2 ਚੌਰ ਸਾਹਿਬ ਬਣਾ ਕੇ ਲੈ ਕੇ ਆਇਆ ਹੈ। ਇਹਨੇ ਉਹ ਚੌਰ ਸਾਹਿਬ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕੀਤੇ। 2 ਸਿੱਖ ਗੁਰੂ ਮਹਾਰਾਜ ਜੀ ਦੇ ਸੀਸ ਦੇ ਉੱਪਰ, ਇੱਕ ਪਿਛਲੇ ਪਾਸੇ ਸੱਜੇ ਇੱਕ ਖੱਬੇ ਖਲੋ ਕੇ ਮਹਾਰਾਜ ਜੀ ਦੇ ਉੱਪਰ ਚੌਰ ਕਰਨ ਲੱਗਾ। ਸੰਗਤਾਂ ਕੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ। ਇਤੋਂ ਤੱਕ ਪ੍ਰਸੰਗ ਆਪ ਜੀ ਨੇ ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ। ਜਿਵੇਂ ਅਗਲੀ ਕਥਾ ਆਵੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਕੀ ਗਾਥਾ ਨੂੰ ਜਿਵੇਂ ਵਰਣਨ ਕਰਦੇ ਨੇ, ਆਪ ਜੀ ਮਨ ਬਿਰਤੀ ਇਕਾਗਰ ਕਰਕੇ ਕਥਾ ਵਿਚਾਰ ਸਰਵਣ ਕਰੋ। ਅਸੀਸ ਬਖਸ਼ੋ ਸਾਰੇ ਜਪੋ ਸਤਨਾਮ ਵਾਹਿਗੁਰੂ ਜੀ। ਸਿੱਖਨ ਸਾਥ ਵਾਰਤਾਲਾਪ। ਉਸ ਵੇਲੇ ਭਾਈ ਮੱਖਣ ਸ਼ਾਹ ਲੁਬਾਣੇ ਨੇ ਆਪਣੇ ਨਾਲ ਜੋ ਕੁਝ ਵਾਪਰਿਆ ਇਹ ਸਾਰੀ ਵਾਰਤਾਲਾਪ ਸਿੱਖਾਂ ਨੂੰ ਦੱਸੀ ਸੁਣਾਈ ਹੈ। ਸਤਿਗੁਰ ਕਰਤ ਦਿਵਤ ਪ੍ਰਤਾਪ। ਇਹ ਗੱਲ ਸੁਣ ਕੇ ਦੂਰ ਦਰਾਡੇ ਤੋਂ ਸੰਗਤਾਂ ਸਤਿਗੁਰੂ ਜੀ ਦੇ ਕੋਲ ਆਉਂਦੀਆਂ ਨੇ, ਆਪਣਾ ਦੁੱਖ ਦੱਸਦੀਆਂ ਨੇ, ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੀਆਂ ਨੇ। ਸਤਿਗੁਰੂ ਮਹਾਰਾਜ ਆਪਣੀਆਂ ਪਿਆਰੀਆਂ ਸੰਗਤਾਂ ਦੇ ਨਾਲ, ਸਿੱਖਾਂ ਦੇ ਨਾਲ ਬਚਨ ਬਿਲਾਸ ਕਰਦੇ, ਸੁੱਖ ਦੁੱਖ ਸੁਣਦੇ, ਵਾਰਤਾਲਾਪ ਕਰਦੇ ਹਨ। ਸਭ ਸੋਢੀ ਕੇ ਨਰਤ ਆਏ। ਜਦੋਂ ਮੱਖਣ ਸ਼ਾਹ ਲੁਬਾਣੇ ਦੇ ਕਰਕੇ ਸਾਰੀ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲ ਨੂੰ ਆ ਗਈ ਤੇ ਜਿਹੜੇ ਬਾਕੀ 22 ਸੋਢੀ ਸੀ ਨਾ ਬੈਠੇ, ਉਹਨਾਂ ਦੇ ਜਿਹੜੇ ਅੱਗੇ ਪੈਰੋਕਾਰ, ਉਹਨਾਂ ਦੇ ਮਸੰਦ ਸੀ, ਜਿਹੜੇ ਸੰਗਤਾਂ ਨੂੰ ਹੁਣ ਤੱਕ ਪ੍ਰੇਰ ਕੇ ਆਪਣੇ ਗੁਰੂ ਵੱਲ ਖਿੱਚਦੇ ਸਨ, ਉਹ ਸਾਰੇ ਵੇਖਣ ਨੂੰ ਆਏ ਕਿ ਇਹ ਕਿੱਦਾਂ ਹੋ ਗਿਆ। ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਵੇਂ ਗੁਰੂ ਰੂਪ ਵਿੱਚ ਪ੍ਰਗਟ ਕਰ ਦਿੱਤਾ। ਦੇਖ ਦੇਖ ਮਨ ਅਨਖ ਬਢਾਏ। ਤੇ ਜਦੋਂ ਉਹਨਾਂ ਨੇ ਆ ਕੇ ਵੇਖਿਆ, ਵੇਖ ਕੇ ਉਹਨਾਂ ਦੇ ਅੰਦਰ ਈਰਖਾ ਦੇ ਭਾਂਬੜ ਮੱਚ ਪਏ। ਜਿਉਂ ਜਿਉਂ ਬਹੁਤ ਉਪਾਇ ਨ ਆਵੇ। ਜਿਵੇਂ ਜਿਵੇਂ ਸੰਗਤਾਂ ਆਉਂਦੀਆਂ ਨੇ ਮਾਇਆ ਭੇਟਾ ਲਿਆ ਕੇ ਅਰਪਣ ਕਰਦੀਆਂ, ਸੰਗਤ ਸਗਰੀ ਸਤਤ ਸੁਨਾਵੇ। ਸਤਿਗੁਰੂ ਮਹਾਰਾਜ ਜੀ ਦੇ ਕੋਲ ਗੁਰੂ ਕੀਆਂ ਪਿਆਰੀਆਂ ਸੰਗਤਾਂ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਵਡਿਆਈ, ਗੁਰੂ ਦੇ ਗੁਣ, ਗੁਰੂ ਦਾ ਜਸ ਕਹਿੰਦੀਆਂ ਹਨ। ਦਰਬ ਅਗਾਰੀ ਬਰਿੰਦ ਦਸਾਵੇ। ਤੇ ਨਾਲ ਹੀ ਸਤਿਗੁਰੂ ਮਹਾਰਾਜ ਜੀ ਵਾਸਤੇ ਕੀਮਤੀ ਬਸਤਰ, ਕੋਈ ਸੋਨਾ, ਕੋਈ ਚਾਂਦੀ, ਕੋਈ ਮਾਇਆ ਭੇਟਾ ਰੱਖਦਾ। ਤਿਉ ਤਿਉ ਮਤਸਰ ਅਦਕ ਉਪਾਵੇਂ। ਮਸਲਾ ਜਿਹੜਾ ਸੀ ਉਹ ਸਿਰਫ ਇਹਨਾਂ ਸੀ, ਇਹਨਾਂ 22 ਪਖੰਡੀਆਂ ਦਾ, ਵੀ ਪੈਸਾ ਸਾਡੇ ਕੋਲ ਆਵੇ, ਹੋਰ ਕੋਈ ਇਹਨਾਂ ਦਾ ਮਤਲਬ ਨਹੀਂ ਸੀ। ਹੁਣ ਉਹ ਮਾਇਆ ਜਿਹੜੀ ਹੈ ਸਤਿਗੁਰੂ ਜੀ ਦੇ ਕੋਲ ਜਾਣ ਲੱਗ ਪਈ। ਸਿੱਖ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਲੱਗ ਪਏ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਵੱਲ ਮਾਇਆ ਜਾਂਦੀ ਵੇਖ ਕੇ, ਇੰਨੀ ਭੇਟਾ ਚੜੀ ਵੇਖ ਕੇ ਇਹਨਾਂ ਦੇ ਅੰਦਰ ਦੀ ਈਰਖਾ ਹੋਰ ਵੱਧ ਗਈ। ਇਸ ਕੋ ਮਾਨਤ ਹੁਤੂ ਨ ਕੋਈ। ਤੇ ਮਨ ਵਿੱਚ ਸੋਚਦੇ ਨੇ ਵੀ ਵੇਖੋ ਇਹ ਕਿੰਨੀ ਕਰਾਮਾਤ ਹੋ ਗਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੇ ਬਕਾਲੇ ਬੈਠਿਆਂ 26 ਵਰੇ ਹੋ ਗਏ। ਅੱਜ ਤੱਕ ਕਿਸੇ ਨੇ ਆ ਕੇ ਇਹਨਾਂ ਨੂੰ ਮੱਥਾ ਨਹੀਂ ਟੇਕਿਆ, ਕੋਈ ਇਹਨਾਂ ਨੂੰ ਗੁਰੂ ਮੰਨਦਾ ਹੀ ਨਹੀਂ ਸੀ। ਗੁਰਤਾ ਉਚਿਤ ਨ ਕੈਸੇ ਸੋਏ। ਸਾਰੇ ਸਿੱਖ ਹੀ ਜਾਣਦੇ ਸਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੁਭਾਅ ਇਹ ਗੁਰਤਾ ਗੱਦੀ ਦੇ ਯੋਗ ਨਹੀਂ ਹੈ। ਮਿਲੇ ਨਾ ਬੋਲੇ ਕਾਹੂ ਸੰਗ। ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾ ਕਿਸੇ ਨਾਲ ਬੋਲਦੇ ਸਨ, ਨਾ ਬਹੁਤੀ ਗੱਲਬਾਤ ਕਰਦੇ,
ਜ਼ਿਆਦਾਤਰ ਸਮਾਂ ਜਿਹੜਾ ਉਹ ਭੋਰੇ ਵਿੱਚ ਗੁਪਤ ਰਹਿ ਕੇ ਬਿਤਾਉਂਦੇ ਸੰਭ ਉਨਮਤ ਨਹੀਂ ਸੁਧ ਅੰਗ। ਤੇ ਸਤਿਗੁਰੂ ਮਹਾਰਾਜ ਜੀ ਆਪਣੇ ਸੁਭਾਅ ਵਿੱਚ ਆਪਣੇ ਆਪ ਵਿੱਚ ਆਨੰਦਿਤ ਰਹਿੰਦੇ। ਇਹ ਹੁਣ ਮੂਰਖ ਆਖਦੇ ਨੇ ਵੀ ਗੁਰੂ ਮਹਾਰਾਜ ਨੂੰ ਤੇ ਆਪਣੇ ਸਰੀਰ ਦੀ ਵੀ ਖਾਣ ਪਾਣ ਪਹਿਰਾਨ ਦੀ ਵੀ ਚੰਗੀ ਤਰ੍ਹਾਂ ਸਮਝ ਨਹੀਂ ਹੈ। ਸਭਨ ਸ਼ੂਰ ਇਹ ਗੁਰੂ ਬਨਾਵਾ। ਤੇ ਮੱਖਣ ਸ਼ਾਹ ਨੇ ਕੀ ਕੀਤਾ? ਇਹਨੇ ਸਿਆਣੇ ਇਹਨੇ ਦਾਨੇ ਸੋਢੀਆਂ ਦੀ ਵੰਸ਼ ਦੇ ਹੋਰ ਵੀ ਬੈਠੇ ਨੇ, ਸਾਰਿਆਂ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉਹਨੇ ਗੁਰੂ ਬਣਾ ਦਿੱਤਾ ਹੈ। ਜਿਸ ਕੋ ਲਖਿਓ ਨਾ ਜਾਏ ਸੁਭਾਵਾ। ਜਿਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੁਭਾਅ ਜਾਣਿਆ ਹੀ ਨਹੀਂ ਗਿਆ ਹੁਣ ਤੱਕ, ਇਹ ਮੱਖਣ ਨੇ ਦੰਭ ਬਨਾਇਓ। ਇਹ ਮੱਖਣ ਸ਼ਾਹ ਨੇ ਜੋ ਕੀਤਾ ਨਾ ਠੀਕ ਨਹੀਂ ਕੀਤਾ। ਦੇਖੋ ਹੁੰਦਾ ਨਾ, ਸਿਆਣੇ ਆਂਦੇ ਨੇ ਵੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੋ ਜੀ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਨਾ, ਉਹਨੂੰ ਉਹੋ ਜਿਹਾ ਹੀ ਦਿਖਾਈ ਪੈਂਦਾ। ਝੂਠੇ ਆਪ ਨੇ, ਪਖੰਡੀ ਆਪ ਨੇ। ਇਹਨਾਂ ਝੂਠੇ ਪਖੰਡੀ ਗੁਰੂਆਂ ਦੇ ਨਾਲ ਕਮਿਸ਼ਨ ਬੇਸ ਤੇ ਇਹ ਕੰਮ ਕਰਦੇ ਨੇ ਤੇ ਜਿੰਨਾ ਪੈਸਾ ਚੜੇਗਾ ਉਹਦੇ ਚੋਂ ਇੰਨਾ ਹਿੱਸਾ ਸਾਡਾ। ਪਰ ਹੁਣੇ ਮੱਖਣ ਸ਼ਾਹ ਨੂੰ ਆਂਦੇ ਨੇ ਵੀ ਮੱਖਣ ਸ਼ਾਹ ਨੇ ਪਖੰਡ ਕੀਤਾ ਹੈ। ਇਹਨੇ ਜਾਣ ਲਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੁਭਾਅ ਬੜਾ ਸਿੱਧਾ ਸਰਲ ਹੈ ਤੇ ਇਹ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਇਹਨੇ ਇਹ ਪਖੰਡ ਰਚਿਆ ਸੰਗਤਾਂ ਕੋਲੋਂ ਪੈਸਾ ਲੈਣ ਵਾਸਤੇ। ਸਭ ਸਿਖਰ ਕੋ ਲਾਏ ਬੁਲਾਇਓ। ਆਪ ਪਹਿਲਾਂ ਮਾਇਆ ਰੱਖ ਦਿੱਤੀ, ਕੋਠੇ ਤੇ ਚੜ ਕੇ ਰੌਲਾ ਪਾਤਾ, ਬਾਕੀ ਸਾਰੀ ਸੰਗਤ ਨੂੰ ਵੀ ਬੁਲਾ ਲਿਆ। ਇਸ ਕੋ ਕਹਿਤ ਹੁਤੇ ਮਤਵਾਨਾ। ਇਹਨੂੰ ਤੇ ਹੁਣ ਤੱਕ ਇਸ ਨਗਰ ਦੇ ਵਿੱਚ ਸਾਰੇ ਆਖਦੇ ਸੀ ਵੀ ਇਹ ਤੇ ਮਤਵਾਲਾ ਹੈ, ਭਾਵ ਇਹਨੂੰ ਤੇ ਕੋਈ ਦੀਨ ਦੁਨੀ ਦੀ ਖਬਰਸਾਰ ਕੋਈ ਸਮਝ ਨਹੀਂ ਹੈ। ਦੇਖਿਓ ਜਾਤੇ ਮੈਤ ਅਜਾਨਾ। ਤੇ ਇਹਨੇ ਕੀ ਵੇਖਿਆ ਮੱਖਣ ਸ਼ਾਹ ਨੇ, ਜੋ ਆ ਕੇ ਤੇ ਇਹਨਾਂ ਨੂੰ ਗੁਰੂ ਬਣਾ ਕੇ ਇਹਨਾਂ ਨੂੰ ਥੜੇ ਉੱਪਰ ਬਿਠਾ ਕੇ ਚੌਰ ਸਾਹਿਬ ਕਰਾ ਕੇ ਪੂਜਾ ਕਰਾਉਣ ਲੱਗਾ ਹੈ। ਅਪਰ ਸਬਨ ਕੋ ਕੀਨ ਅਨਾਦਰ। ਇਹ ਤੇ ਮੱਖਣ ਸ਼ਾਹ ਨੇ ਇਸ ਤਰ੍ਹਾਂ ਦਾ ਕੰਮ ਕਰਕੇ ਇਹ ਕੋਈ ਚੰਗਾ ਨਹੀਂ ਕੀਤਾ। ਕੀ ਕੀਤਾ? ਇਹ ਕਰਕੇ ਜਿਹੜੇ ਵੀ ਬਾਕੀ ਹੁਣ ਤੱਕ ਗੁਰੂ ਨੇ ਬੈਠੇ ਸੋਢੀ ਨੇ ਧੀਰਮਲ ਸਮੇਤ ਉਹਨਾਂ ਸਾਰਿਆਂ ਦਾ ਮੱਖਣ ਸ਼ਾਹ ਨੇ ਨਿਰਾਦਰ ਕੀਤਾ। ਇਹ ਸਭ ਦੀ ਇਸ ਕੰਮ ਦੇ ਵਿੱਚ ਬੇਇੱਜ਼ਤੀ ਹੋਈ ਹੈ ਵੀ ਜਿਹੜੇ ਸਿਆਣੇ ਨੇ ਸੂਝਵਾਨ ਨੇ ਉਹ ਇਸ ਤਰ੍ਹਾਂ ਹੀ ਰਹਿ ਗਏ ਤੇ ਜਿਹਨੂੰ ਹੁਣ ਤੱਕ ਅਸੀਂ ਇਹ ਆਖਦੇ ਸਾਂ ਵੀ ਜਿਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਉਹਨਾਂ ਨੂੰ ਮੱਖਣ ਸ਼ਾਹ ਨੇ ਗੁਰੂ ਬਣਾ ਦਿੱਤਾ। ਹੋਤੇ ਸਦੇਵ ਜੋ ਉਚਤ ਆਦਰ। ਤੇ ਜਿਹੜੇ ਧੀਰਮਲ ਵਰਗੇ ਸਦੀਵ ਹੀ ਸਨਮਾਨ ਸਤਕਾਰ ਦੇ ਯੋਗ ਹਨ। ਧੀਰਮਲ ਤੇ ਆਦਮਹਾਨਾ। ਧੀਰਮਲ ਸਮੇਤ ਹੋਰ ਵੀ ਕਈ ਸੋਢੀ ਨੇ ਜਿਨ੍ਹਾਂ ਦਾ ਸੋਢੀ ਵੰਸ਼ ਵਿੱਚ ਵੱਡਾ ਥਾਂ ਵੱਡਾ ਰੁਤਬਾ ਬਣਿਆ ਹੈ। ਜਿਸ ਕੋ ਮਾਨੈ ਸਕਲ ਜਹਾਨਾ। ਜਿਨ੍ਹਾਂ ਨੂੰ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਸਤਿਕਾਰ ਕਰਦੀਆਂ ਨੇ, ਮੰਨਦੀਆਂ ਹਨ। ਤਿਨ ਕੇ ਹੋਵਤ ਇਸ ਟਿਕਿਆਏ। ਤੇ ਉਹਨਾਂ ਸਾਰਿਆਂ ਦੀ ਮੌਜੂਦਗੀ ਵਿੱਚ ਉਹਨਾਂ ਦੇ ਹੁੰਦਿਆਂ ਸੁਣਦਿਆਂ ਮੱਖਣ ਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆਇਆ। ਹੁਣ ਇਹ ਝੂਠੇ ਚਾਹੁੰਦੇ ਸੋਚਦੇ ਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੱਖਣ ਸ਼ਾਹ ਨੇ ਗੁਰੂ ਬਣਾਇਆ। ਉਹਨੇ ਤੇ ਸਿਰਫ ਭੋਰੇ ਚੋਂ ਬੇਨਤੀ ਕਰਕੇ ਬਾਹਰ ਪ੍ਰਗਟ ਕੀਤਾ। ਗੁਰੂ ਬਣਾਉਣ ਵਾਲਾ ਮੱਖਣ ਸ਼ਾਹ ਨਹੀਂ ਹੈ। ਗੁਰੂ ਬਣਾਉਣ ਵਾਲਾ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਤਾ ਬਖਸ਼ਣ ਵਾਲਾ ਗੁਰੂ ਨਾਨਕ ਆਪ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਤਾ ਬਖਸ਼ਿਸ਼ ਕਰਨ ਵਾਲੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ। ਮੱਖਣ ਸ਼ਾਹ ਨੇ ਤੇ ਸਿਰਫ ਇੰਨੀ ਸੇਵਾ ਕੀਤੀ ਹੈ ਕਿ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਝੂਠੇ ਨੇ ਤੇ ਸੱਚਾ ਗੁਰੂ ਤੇਗ ਬਹਾਦਰ ਮਹਾਰਾਜ ਨਵਾਂ ਪਾਤਸ਼ਾਹ, ਉਹਨੇ ਫਿਰ ਬੇਨਤੀ ਕਰਕੇ ਤਰਲਾ ਕਰਕੇ ਮਿੰਨਤਾਂ ਕਰਕੇ ਜੋਦੜੀਆਂ ਕਰ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਗਟ ਕੀਤਾ। ਔਰ ਇਹ ਸੇਵਾ ਕਰਨ ਦੇ ਬਦਲੇ ਉਹਨੇ ਆਪਣਾ ਮੂੰਹ ਤੱਕ ਵੀ ਕਾਲਾ ਕੀਤਾ। ਗੁਰੂ ਮਹਾਰਾਜ ਨੇ ਪ੍ਰੀਖਿਆ ਲਈ ਨਾ ਉਹਦੀ, ਆਪਣਾ ਮੂੰਹ ਕਾਲਾ ਕਰਕੇ ਵੀ ਮਹਾਰਾਜ ਜੇ ਤੁਹਾਡੇ ਪ੍ਰਗਟ ਹੋਣ ਕਰਕੇ ਤੁਸੀਂ ਕਹਿੰਦੇ ਹੋ ਵੀ ਜਿਹੜਾ ਇਹ ਕਰੇਗਾ ਉਹਦਾ ਮੂੰਹ ਕਾਲਾ ਹੋਏਗਾ, ਤੇ ਮਹਾਰਾਜ ਮੈਨੂੰ ਕੋਈ ਇਤਰਾਜ਼ ਨਹੀਂ, ਆਪਣਾ ਮੂੰਹ ਕਾਲਾ ਵੀ ਕਰਕੇ ਚਲਾ ਗਿਆ। ਸਤਿਗੁਰੂ ਮਹਾਰਾਜ ਜੀ ਨੇ ਗੱਲ ਵਕੜੀ ਵਿੱਚ ਲਿਆ ਸੀ, ਆਖਿਆ ਸੀ ਮੱਖਣ ਸ਼ਾਹ
ਮੂੰਹ ਕਾਲਾ ਤੇ ਨਿੰਦਕਾਂ ਦਾ ਹੁੰਦਾ ਹੈ, ਦੁਸ਼ਟਾਂ ਦਾ ਹੁੰਦਾ ਹੈ, ਤੇਰਾ ਤੇ ਦੋਹੀਂ ਜਹਾਨੀ ਮੁਖ ਉਜਲਾ ਹੈ। ਇਹ ਤੇ ਸਿਰਫ ਪਰਖ ਕਰ ਰਹੇ ਸੀ, ਜਾ ਮੂੰਹ ਧੋ ਕੇ ਆ, ਤੇਰਾ ਤੇ ਲੋਕ ਪਰਲੋਕ ਸੌਰ ਗਿਆ। ਤੇ ਉਹਨੇ ਆਖਿਆ ਸੱਚੇ ਪਾਤਸ਼ਾਹ ਫਿਰ ਕਿਰਪਾ ਕਰੋ ਨਾ, ਜਿਵੇਂ ਮੇਰਾ ਲੋਕ ਪਰਲੋਕ ਸੌਰਿਆ, ਜਿਵੇਂ ਤੁਸੀਂ ਮੇਰਾ ਮੁਖ ਉਜਲਾ ਕੀਤਾ, ਜਿਵੇਂ ਮੇਰਾ ਤੁਸੀਂ ਸਮੁੰਦਰ 'ਚ ਬੇੜਾ ਬੰਨੀ ਲਾਇਆ, ਜਿਵੇਂ ਮੇਰੇ ਦਿਲ ਦੀ ਗੱਲ ਜਾਣੀ ਹੈ, ਜਿਵੇਂ ਮੇਰੇ ਕੋਲੋਂ ਆਪਣੇ ਗੁਰੂ ਘਰ ਦੀ ਮਾਇਆ ਆਪ ਕਹਿ ਕੇ ਪ੍ਰਵਾਨ ਕੀਤੀ। ਤੇ ਮਹਾਰਾਜ ਬਾਕੀ ਸਿੱਖ ਸੰਗਤ ਵੀ ਤੇ ਭੁੱਲੀ ਹੋਈ ਭਟਕ ਰਹੀ ਹੈ ਨਾ, ਉਹਨਾਂ ਸਾਰਿਆਂ ਦੀ ਆਪ ਜੀ ਕਿਰਪਾ ਕਰਕੇ ਬਾਹ ਫੜੋ, ਸਭ ਨੂੰ ਦਰਸ਼ਨ ਦਿਓ। ਇਹ ਤੇ ਤਰਲੇ ਕਰ ਕਰਕੇ ਇਸ ਤਰ੍ਹਾਂ ਮੱਖਣ ਸ਼ਾਹ ਜੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਗਟ ਕੀਤਾ। ਧਰੈ ਉਪਾਇਨ ਪੂਜੈ ਪਾਏ। ਤੇ ਮੱਖਣ ਸ਼ਾਹ ਲੁਬਾਣਾ ਜੀ ਜਿਨ੍ਹਾਂ ਤੇ ਸਤਿਗੁਰੂ ਦੀ ਬੜੀ ਕਿਰਪਾ ਹੋਈ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਦੇਖੋ ਕਿੰਨੀ ਇਹਨਾਂ ਦੀ ਸਿਆਣਪ ਹੈ, ਇਹਨਾਂ ਵਿੱਚ ਕਿੰਨੀ ਬਰੀਕੀ ਹੈ, ਅਕਲ ਵਿੱਚ ਕਿੰਨੀ ਦਿਆਨਤਦਾਰੀ ਹੈ, ਕਿੰਨੇ ਦਾਨੇ ਨੇ। ਪਹਿਲਾਂ ਤਾਂ ਜਦੋਂ ਬੇੜਾ ਫਸਿਆ ਉਦੋਂ ਗੁਰੂ ਨੂੰ ਚੇਤੇ ਕੀਤਾ, ਭਰੋਸਾ ਹੈ ਵੀ ਮੇਰਾ ਗੁਰੂ ਹਾਜ਼ਰ ਨਾਜ਼ਰ ਹੈ। ਦੂਸਰਾ ਜਦੋਂ ਇਹ ਆਏ ਬਕਾਲੇ, ਇੱਥੇ ਵੇਖਿਆ ਵੀ ਇੱਥੇ ਬਾਈ ਨੇ, ਤੇ ਮੱਖਣ ਸ਼ਾਹ ਜੀ ਨੂੰ ਲੱਗਾ ਵੀ ਮੇਰੇ ਗੁਰੂ ਬਾਈ ਨਹੀਂ, ਮੇਰਾ ਗੁਰੂ ਸਦੀਵ ਕਾਲ ਲਿਖੋ ਰਿਹਾ ਹੈ। ਫਿਰ ਜਦੋਂ ਧੀਰਮਲ ਦੇ ਡੇਰੇ ਮੱਥਾ ਟੇਕਣ ਗਏ, ਉਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੀ। ਤੇ ਫਿਰ ਸਿਆਣਪ ਵੇਖੋ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਰੱਖੀਆਂ 5 ਮੋਹਰਾਂ, ਸ਼ਬਦ ਗੁਰੂ ਨੂੰ ਮੱਥਾ ਟੇਕਿਆ 5 ਮੋਹਰਾਂ ਰੱਖ ਕੇ, ਤੇ ਧੀਰਮਲ ਨੂੰ ਰੱਖੀਆਂ 2 ਮੋਹਰਾਂ, ਜਿਨ੍ਹਾਂ ਨੂੰ ਪਤਾ ਵੀ ਮੇਰਾ ਸ਼ਬਦ ਗੁਰੂ ਜਿਹੜਾ ਨਾ ਇਹ ਸਦੀਵ ਕਾਲ ਮਹਾਨ ਅਤੇ ਸਰਵੋਤਮ ਹੈ। ਫਿਰ ਜਦੋਂ ਧੀਰਮਲ ਨੂੰ ਵੇਖਿਆ ਵੀ ਇਹਨੇ ਵੀ ਦਿਲ ਦੀ ਨਾ ਜਾਣੀ, ਫਿਰ ਬਾਕੀ ਜਿਹੜੇ ਬੈਠੇ ਸੀ 21 ਉਹਨਾਂ ਕੋਲ ਵੀ ਗਏ, 2 ਉਹਨਾਂ ਨੂੰ ਰੱਖੀਆਂ, ਕਿਸੇ ਨੇ ਵੀ ਨਾ ਜਾਣੀ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿਲ ਦੀ ਗੱਲ ਜਾਣੀ ਨਾ, ਹੁਣ ਤੱਕ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਇੱਥੋਂ ਤੱਕ ਇਹਨਾਂ ਦਾ ਪੂਰਾ ਜਿਹੜਾ ਰੋਲ ਸੀ ਉਹ ਇੱਕ ਸਿੱਖ ਵਾਲਾ ਸੀ। ਸਿੱਖ ਹੋਣ ਦੇ ਨਾਤੇ ਪੂਰੇ ਗੁਰੂ ਤੇ ਭਰੋਸਾ ਰੱਖਣਾ, ਯਕੀਨ ਰੱਖਣਾ, ਅਰਦਾਸ ਕਰਨੀ, ਇੱਕ ਨਾਲ ਜੁੜਨਾ, ਇੱਕ ਨੂੰ ਮੱਥਾ ਟੇਕਣਾ, ਦਸਵੰਧ ਦੀ ਮਾਇਆ, ਇੱਕ ਦੇ ਚਰਨਾਂ 'ਚ ਭੇਟਾ ਕਰਨੀ, ਇਹ ਸਿੱਖ ਦਾ ਜੀਵਨ, ਸਿੱਖ ਦਾ ਕਿਰਦਾਰ ਹੈ। ਇਸ ਤੋਂ ਅੱਗੇ ਜੋ ਉਹਨਾਂ ਨੇ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਤੇ ਆਪ ਉੱਚੀ ਟਾਰੀ ਤੇ ਚੜ੍ਹ ਕੇ ਗੁਰੂ ਲਾਧੋ ਰੇ ਰੌਲਾ ਪਾਇਆ, ਹੋਕਾ ਦਿੱਤਾ, ਸੰਗਤਾਂ ਵਿੱਚ ਆਪ ਖਲੋ ਕੇ ਆਖਿਆ ਵੀ ਸੱਚਾ ਗੁਰੂ ਆਏ। ਇਹ ਜੀਵਨ ਜਿਹੜਾ ਨਾ, ਇਹ ਜੀਵਨ ਔਰ ਇਹ ਕਰਤੱਵ ਇੱਕ ਪ੍ਰਚਾਰਕ ਦਾ ਹੈ। ਇਹ ਇਹਨਾਂ ਨੇ ਆਪਣੀ ਪ੍ਰਚਾਰਕ ਹੋਣ ਦੇ ਨਾਤੇ ਆਪਣੀ ਡਿਊਟੀ ਵਜਾਈ ਹੈ ਵੀ ਸੰਗਤਾਂ ਨੂੰ ਪਤਾ ਲੱਗੇ ਸੱਚਾ ਗੁਰੂ ਕਿਹੜਾ ਹੈ। ਗੁਰੂ ਘਰ ਦੇ ਪ੍ਰਚਾਰਕ ਦਾ ਹਮੇਸ਼ਾ ਫਰਜ਼ ਹੁੰਦਾ ਵੀ ਸੱਚ ਦੀ ਗੱਲ ਕਰੇ, ਝੂਠ ਦੇ ਪਰਦੇ ਜਿਹੜੇ ਨੇ ਉਹ ਜ਼ਾਹਰ ਕਰੇ, ਔਰ ਆਪਣੇ ਮਨ ਵਿੱਚ ਗੁਰੂ ਪ੍ਰਤੀ, ਗੁਰੂ ਘਰ ਪ੍ਰਤੀ ਵਫਾਦਾਰੀ, ਇਮਾਨਦਾਰੀ ਰੱਖੇ, ਗੁਰੂ ਘਰ ਦੀ ਮਾਇਆ ਤੇ ਲੁਭਾਏਮਾਨ ਨਾ ਹੋਵੇ, ਆਪ ਇੱਕ ਨਾ ਜੋੜੇ ਦੂਸਰਿਆਂ ਨੂੰ ਵੀ ਜੋੜੇ। ਇਹ ਅਗਲਾ ਜਿਹੜਾ ਪ੍ਰਚਾਰਕ ਦਾ ਕੰਮ ਸੀ ਸਾਰਾ ਬੜੀ ਸਮਝਦਾਰੀ ਦੇ ਨਾਲ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਕੀਤਾ ਹੈ। ਕਥੇ ਅਨੀਤ ਸਹਾਰਾ ਸੋਈ। ਤੇ ਇਹ ਆਖਦੇ ਨੇ ਵੀ ਮੱਖਣ ਸ਼ਾਹ ਨੇ ਠੀਕ ਨਹੀਂ ਕੀਤਾ, ਇਹਨਾਂ ਨੂੰ ਗੁਰੂ ਬਣਾ ਦਿੱਤਾ, ਇਹ ਗੁਰਤਾ ਗੱਦੀ ਦੀ ਪੰਡ ਕਿਵੇਂ ਚੁੱਕਣਗੇ। ਤੇ ਦੂਸਰੇ ਜਿਹੜੇ ਹੋਰ ਸੋਢੀ ਨੇ ਸਿਆਣੇ ਧੀਰਮਲ ਵਰਗੇ, ਇਸ ਗੱਲ ਨੂੰ ਉਹ ਕਿਵੇਂ ਬਰਦਾਸ਼ਤ ਕਰ ਸਕਣਗੇ। ਇਮ ਤੋ ਚਾਹੇ ਜੋ ਗੁਰਸੋ ਹੋਏ। ਇਹ ਤੇ ਕੰਮ ਠੀਕ ਨਹੀਂ, ਏਦਾਂ ਤੇ ਜਿਹੜਾ ਮਰਜ਼ੀ ਚਾਹੇਗਾ ਗੁਰੂ ਬਣ ਜਾਏਗਾ। ਅੱਜ ਮੱਖਣ ਸ਼ਾਹ ਇੱਕ ਅਮੀਰ ਬੰਦਾ ਆਇਆ, ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰੂ ਬਣਾਤਾ, ਕੱਲ ਨੂੰ ਕੋਈ ਹੋਰ ਅਮੀਰ ਆਏਗਾ ਕਿਸੇ ਹੋਰ ਨੂੰ ਬਣਾ ਦੇਗਾ। ਇਸੇ ਤਰ੍ਹਾਂ ਤੇ ਜਿਹੜਾ ਮਰਜ਼ੀ ਗੁਰੂ ਬਣ ਜਾਏਗਾ, ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਗੁਰੂ ਬਣਾਵੇਗਾ। ਅਸ ਕੈ ਨਿੰਦਕ ਬਹੁਤ ਰਸਾਏ। ਇਸ ਤਰ੍ਹਾਂ ਗੁਰੂ ਘਰ ਦੇ ਜਿਹੜੇ ਦੁਖੀ ਸੀ, ਨਿੰਦਕ ਸੀ, ਉਹ ਬੜੇ ਦੁਖੀ ਹੋਏ, ਅੰਦਰੋਂ ਸੜ ਬਲ ਗਏ। ਜਾਏ ਸਬਨ ਸੋ ਦੀਨ ਜਨਾਏ। ਉਹਨਾਂ ਨੇ ਜਾ ਕੇ ਸਾਰਿਆਂ ਨੇ ਆਪਣੇ ਆਪਣੇ ਦੰਭੀ ਗੁਰੂ ਨੂੰ, ਆਪਣੇ ਆਪਣੇ ਸੋਢੀ ਨੂੰ ਇਹ ਸਾਰੀ ਵਾਰਤਾ ਦੱਸੀ ਹੈ। ਬਨੇ ਬਣਾਏ ਸਭ ਤੁਮ ਰਹੋ। ਹੁਣ ਤੁਸੀਂ ਨਾ ਸਾਰੇ ਬਣੇ ਬਣਾਏ ਬੈਠੇ ਰਹੋ, ਟੌਰ ਸ਼ੌਰ ਕੱਢ ਕੇ ਬੈਠੇ ਰਹੋ। ਅਬ ਤੇ ਆਗੇ ਭੇਟ ਨਾ ਚਾਹੋ। ਹੁਣ ਤੋਂ ਅੱਗੇ ਤੁਹਾਨੂੰ ਕੋਈ ਮਾਇਆ ਨਹੀਂ ਮਿਲਣ ਵਾਲੀ, ਕੋਈ ਭੇਟਾ ਨਹੀਂ ਮਿਲਣ ਵਾਲੀ।
ਤੁਹਾਡੀ ਅੱਜ ਤੋਂ ਸਾਰਿਆਂ ਦੀ ਜਿਹੜੀ ਮਾਇਆ ਆਉਂਦੀ ਸੀ, ਭੇਟਾ ਆਉਂਦੀ ਸੀ, ਸੰਗਤਾਂ ਆਉਂਦੀਆਂ ਸੀ, ਉਹ ਸਾਰਾ ਕੁਝ ਅੱਜ ਤੋਂ ਬੰਦ ਹੈ। ਨੈ ਕੋ ਆਵੇ ਪਾਸ ਤੁਮਾਰੀ, ਅੱਜ ਤੋਂ ਬਾਅਦ ਤੁਹਾਡੇ ਕੋਲ ਜਦੋਂ ਕਿਸੇ ਸਿੱਖ ਨੇ ਆਉਣਾ ਹੀ ਨਹੀਂ, ਦਰਬ ਨ ਅਰਪੈ ਕਬੈ ਅਗਾਰੀ। ਤੇ ਕੋਈ ਆ ਕੇ ਫਿਰ ਤੁਹਾਨੂੰ ਮਾਇਆ ਕਿਵੇਂ ਭੇਟਾ ਰੱਖੇਗਾ। ਸ੍ਰੀ ਗੁਰੂ ਹਰਗੋਬਿੰਦ ਕੋ ਨੰਦ, ਅੱਜ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨੰਦ ਕਹੀਏ ਸੁਪੁੱਤਰ, ਸਭ ਤੇ ਲਗੋ ਪਦ ਚਹੇ ਬਲੰਦ। ਜਿਹੜੇ ਸਭ ਤੋਂ ਛੋਟੇ ਸੁਪੁੱਤਰ ਸਨ ਤੇ ਅੱਜ ਉਹਨਾਂ ਦੀ ਪਦਵੀ ਜਿਹੜੀ ਸਭ ਤੋਂ ਵੱਡੀ ਬਣ ਗਈ ਹੈ। ਤਿਸ ਤੇ ਬੜੇ ਚਾਰ ਸੁਤਿਆਨ, ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਵੱਡੇ ਚਾਰ ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ। ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ। ਤਿਨ ਕੋ ਬੰਸ ਜੋ ਗੁਨੀ ਮਹਾਨ, ਤੇ ਜਿਹੜੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਵੰਸ਼ ਜਾਂ ਉਹਨਾਂ ਦੇ ਅੱਗੇ ਪਰਿਵਾਰ ਦੇ ਬੜੇ ਦਾਨੇ ਸਿਆਣੇ ਗੁਣੀ ਜਨ ਸਨ। ਸਬਨ ਉਲੰਘਤ ਬੈਠਿਓ ਸੋਏ, ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਕੇ ਸਤਿਗੁਰੂ ਮਹਾਰਾਜ ਜੀ ਆਪ ਗੁਰੂ ਬਣ ਬੈਠੇ ਹਨ। ਤੇਗ ਬਹਾਦਰ ਮਸਤ ਜੋ ਹੋਏ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਸੁਭਾਅ ਹੁਣ ਤੱਕ ਬਿਲਕੁਲ ਮਸਤਾਨਾ ਸੀ, ਅੰਤਰਗਤ ਮੱਖਣ ਮਿਲ ਗਇਓ। ਹੁਣ ਇਹਨਾਂ ਦੇ ਨਾਲ ਮੱਖਣ ਛਾਲ ਬਾਣਾ ਆ ਕੇ ਅੰਤਰਗਤ ਭਾਵ ਇਹਨਾਂ ਦੇ ਨਾਲ ਉਹਨੇ ਕੋਈ ਸਾਠ ਗਾਂਠ ਕਰ ਲਈ ਹੈ, ਕੋਈ ਪੈਸੇ ਦਾ ਹਿਸਾਬ ਕਿਤਾਬ ਕੋਈ ਵੰਡੀ ਬਣਾ ਲਈ ਹੋਏਗੀ ਵੀ ਮੈਂ ਇਸ ਤਰ੍ਹਾਂ ਕਰਦਾ, ਸੰਗਤ ਆਏਗੀ ਤੁਹਾਨੂੰ ਮੱਥਾ ਟੇਕੇਗੀ। ਮਹਾਪਖੰਡ ਉਠਾਵਨ ਕੀਓ, ਬਹੁਤ ਵੱਡਾ ਪਖੰਡ ਜਿਹੜਾ ਮੱਖਣ ਸ਼ਾਹ ਨੇ ਕੀਤਾ ਹੈ। ਕਹਤੇ ਮਿਲ ਕੇ ਕਰੋ ਮਰਜ਼ਾਦਾ, ਤੇ ਹੁਣ ਤੁਸੀਂ ਇਸ ਤਰ੍ਹਾਂ ਕਰੋ, ਸਾਰੇ ਜਣੇ ਮਿਲ ਕੇ ਕੁਝ ਨਾ ਕੁਝ ਯਤਨ ਕਰੋ, ਉਪਰਾਲਾ ਕਰੋ, ਨਾਏ ਤਾਂ ਭਇਓ ਸਬਨ ਕੋ ਜ਼ਿਆਦਾ। ਤੇ ਨਹੀਂ ਤੇ ਫਿਰ ਹੋਏਗਾ ਕਿ ਤੁਹਾਡਾ ਇੱਕ ਅੱਧੇ ਦਾ ਨਹੀਂ, ਤੁਹਾਡਾ ਸਾਰਿਆਂ ਦਾ ਇਸ ਗੱਲ ਦੇ ਵਿੱਚ ਨੁਕਸਾਨ ਹੈ। ਸੁਨਤ ਸਬਨ ਸੋੜਿਆਨ ਵਿਚਾਰਾ, ਇਸ ਤਰ੍ਹਾਂ ਸੋਢੀਆਂ ਨੇ ਨਾ ਜਦੋਂ ਇਹ ਗੱਲ ਸੁਣੀ ਆਪਣੇ ਆਪਣੇ ਬੰਦੇ ਦੀ, ਸਾਰਿਆਂ ਨੇ ਆ ਕੇ ਇੱਕੋ ਹੀ ਗੱਲ ਦੱਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਬਣ ਕੇ ਬੈਠ ਗਏ। ਆਪਣੇ ਆਪਣੇ ਮਸੰਦ ਕੋਲੋਂ ਸੁਣ ਕੇ ਸਾਰੇ ਸੋਢੀਆਂ ਨੇ ਵਿਚਾਰ ਕੀਤੀ ਕਬੈ ਨਾ ਉਠਾਵੇ ਗੁਰਤਾ ਭਾਰਾ, ਵੀ ਇਹ ਜਿਹੜੀ ਗੱਲ ਇਹ ਤੇ ਠੀਕ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਵੇਂ ਗੁਰਤਾ ਗੱਦੀ ਦੇ ਯੋਗ ਬਣ ਗਏ। ਲੈਨ ਦੇਨ ਕੀ ਅਕਲ ਨਾ ਕੋਈ, ਇਹਨਾਂ ਦੀ ਸਮਝ ਹੁਣ ਜਿੰਨੀ ਕੋਨੀ ਕੀ ਗੱਲ ਕਰਨੀ ਹੈ। ਕਹਿੰਦੇ ਗੁਰੂ ਮਹਾਰਾਜ ਜੀ ਨੂੰ ਤੇ ਦੇਖੋ ਆਪਾਂ ਨਾ ਇੱਕ ਨਿਯਮ ਹੈ, ਇੱਕ ਮਰਿਆਦਾ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸਾਡੇ ਮਨ ਵਿੱਚ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਤੀ ਪਿਆਰ ਹੈ, ਸਤਿਕਾਰ ਹੈ, ਉਹਨਾਂ ਦੀ ਅਪਰੰਪਾਰ ਵਡਿਆਈ ਮਹਿਮਾ ਆਪਾਂ ਗੁਣਗਾਨ ਕਰਦੇ ਹਾਂ। ਇਸ ਕਰਕੇ ਆਪਾਂ ਵਾਰ-ਵਾਰ ਜਦੋਂ ਵੀ ਨਾਮ ਲਵਾਂਗੇ ਸਤਿਗੁਰੂ ਜੀ ਦਾ ਬੜੇ ਸਤਿਕਾਰ ਨਾਲ ਬੜਾ ਵਡਿਆ ਕੇ ਲਵਾਂਗੇ। ਪਰ ਇਹ ਜਿਹੜੇ ਈਰਖਾਲੂ ਬਾਕੀ ਹੋਰ 22 ਝੂਠੇ ਗੁਰੂ ਨੇ, ਇਹ ਤੇ ਇਸ ਤਰ੍ਹਾਂ ਨਾਮ ਨਹੀਂ ਲੈਂਦੇ ਹੋਣਗੇ ਮਹਾਰਾਜ ਜੀ ਦਾ। ਇਹ ਤੇ ਆਂਦੇ ਨੇ ਮੈਂ ਗੁਰੂ ਆ, ਮੈਂ ਗੁਰੂ ਆ। ਇਹ ਕਿਉਂ ਆਂਦੇ ਹੋਣਗੇ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਕਿਉਂ ਆਖਣਗੇ? ਇਹ ਤੇ ਸਗੋਂ ਆਂਦੇ ਨੇ ਵੀ ਉਹਨਾਂ ਨੂੰ ਤੇ ਨਾ ਕੱਪੜੇ ਪਾਉਣ ਦਾ ਪਤਾ, ਨਾ ਕੋਈ ਖਾਣ ਦਾ, ਨਾ ਪੀਣ ਦਾ, ਨਾ ਰਹਿਣ ਦਾ, ਨਾ ਸਹਿਣ ਦਾ, ਨਾ ਉਹਨਾਂ ਨੂੰ ਕੋਈ ਦੁਨੀਆਦਾਰੀ ਦਾ, ਨਾ ਕੋਈ ਕਾਰੋਬਾਰ ਦਾ, ਨਾ ਰਿਸ਼ਤੇਦਾਰਾਂ ਦਾ। ਉਹਨਾਂ ਨੂੰ ਤੇ ਕਿਸੇ ਤਰ੍ਹਾਂ ਦੀ ਕੋਈ ਸਮਝ ਹੀ ਨਹੀਂ ਹੈ। ਬੋਲ ਬਕੇ ਸਮਰੱਥ ਨਾ ਹੋਏ, ਇਸ ਤਰ੍ਹਾਂ ਜਿਹੜੇ ਨੇ ਇਹ ਮੂਰਖ ਆਂਦੇ ਨੇ ਵੀ ਗੁਰੂ ਮਹਾਰਾਜ ਜੀ ਤੇ ਕੋਈ ਗੱਲ ਕਰਨ ਦੇ ਵੀ ਬੋਲਣ ਦੇ ਵੀ ਯੋਗ ਸਮਰੱਥ ਨਹੀਂ। ਇਸੇ ਕਰਕੇ ਉਹ ਭੋਰੇ ਵਿੱਚ ਹੁਣ ਤੱਕ ਚੁੱਪ ਰਹੇ। ਸਿੱਖਨ ਕੋ ਦੇਬੋ ਉਪਦੇਸ਼, ਤੇ ਇਹ ਆਪਣੇ ਸਿੱਖਾਂ ਨੂੰ ਕੀ ਉਪਦੇਸ਼ ਦੇਣਗੇ, ਕੀ ਕਿਸੇ ਦਾ ਭਲਾ ਕਰਨਗੇ। ਅਤਿਆਦਕ ਕੋ ਲਖੇ ਨ ਲੇਸ਼, ਜਦੋਂ ਕਿ ਇਹਨਾਂ ਨੂੰ ਤੇ ਕਿਸੇ ਦਾ ਕੋਈ ਪਤਾ ਹੀ ਨਹੀਂ ਹੈ ਵੀ ਕੌਣ ਸਿੱਖ ਕਿਹੜੇ ਇਲਾਕੇ ਦਾ, ਕੌਣ ਪ੍ਰਚਾਰਕ ਕਿਹੜੇ ਪਾਸੇ ਡਿਊਟੀ ਸੇਵਾ ਕਰਦਾ ਹੈ। ਧਰੇ ਮੌਨ ਘਰ ਬੈਠੋ ਰਹੇ, ਇਹ ਤੇ ਹੁਣ ਤੱਕ ਮੌਨ ਧਾਰਨ ਕਰਕੇ ਭਾਵ ਚੁੱਪ ਕਰਕੇ
ਆਪਣੇ ਘਰ ਵਿੱਚ ਬੈਠੇ ਰਹੇ ਹਨ। ਜਗ ਵਿਵਹਾਰ ਕਥਨ ਸੂਲਹ ਦੁਨੀਆਦਾਰੀ ਦਾ ਇਹਨਾਂ ਨੂੰ ਵਿਹਾਰ ਜਿਹੜਾ ਉਹ ਨਹੀਂ ਪਤਾ। ਇਕ ਮੱਖਣ ਕੀ ਦਿਸ਼ ਕੋ ਦੇਖ ਤੇ ਦੂਸਰੇ ਪਾਸੇ ਆ ਦੇਖੋ ਮੱਖਣ ਸ਼ਾਹ ਨੇ ਕੀ ਕੀਤਾ। ਸੰਗਤ ਦੀਨਸ ਭੇਟ ਅਸ਼ੇਖ ਸਾਰੀਆਂ ਸੰਗਤਾਂ ਦੀ ਮੌਜੂਦਗੀ ਵਿੱਚ ਆਪ ਗੁਰੂ ਮਹਾਰਾਜ ਜੀ ਨੂੰ 500 ਮੋਹਰ ਰੱਖ ਦਿੱਤੀ, ਨਾਲ ਹੋਰ ਦਸਵੰਧ ਦੀ ਬਹੁਤ ਮਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਰੱਖ ਕੇ ਮੱਥਾ ਟੇਕਿਆ ਹੈ। ਜਬ ਇਹ ਚਲਿਓ ਜਾਏ ਨਿਜ ਦੇਸ਼ ਤੇ ਇਹ ਕਿੰਨੇ ਕੁ ਦਿਨ ਇਸ ਤਰ੍ਹਾਂ ਹੋਏਗਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਰਹਿਣਗੇ। ਮੱਖਣ ਸ਼ਾਹ ਤੇ ਇੱਕ ਨਾ ਇੱਕ ਦਿਨ, 2 ਦਿਨ, 4 ਦਿਨ, 10 ਦਿਨ ਇੱਥੇ ਰਹੇਗਾ। ਫਿਰ ਜਦੋਂ ਮੱਖਣ ਸ਼ਾਹ ਆਪਣੇ ਦੇਸ਼, ਆਪਣੇ ਇਲਾਕੇ ਵਾਪਸ ਜਾਵੇਗਾ ਤੇ ਉਪਾਇ ਨ ਕੋ ਨਲੇਸ਼ ਤੇ ਫਿਰ ਇਹਨਾਂ ਨੂੰ ਕਿੰਨੇ ਜਾ ਕੇ ਭੇਟਾ ਦੇਣੀ ਹੈ? ਫਿਰ ਕੌਣ ਜਾ ਕੇ ਮੱਥਾ ਟੇਕੇਗਾ? ਸਭ ਹਟ ਜਾਏ ਹੈ ਜਾਏ ਨ ਕੋਈ। ਇਹ ਤੇ ਸਾਰੇ ਮੱਖਣ ਸ਼ਾਹ ਦੇ ਕਰਕੇ ਗਏ ਨੇ ਵੀ ਇਹਨਾਂ ਅਮੀਰ ਸਿੱਖ ਜਿਹੜਾ ਨਾ ਇੱਧਰ ਨੂੰ ਤੁਰਿਆ, ਇਹੀ ਸੱਚਾ ਗੁਰੂ ਹੋਣਾ, ਉਹਦੇ ਪਿੱਛੇ ਲੱਗ ਗਿਆ। ਮੱਖਣ ਸ਼ਾਹ ਦੇ ਜਾਣ ਤੋਂ ਬਾਅਦ ਕਿਸੇ ਨੇ ਇਹਨਾਂ ਨੂੰ ਗੁਰੂ ਨਹੀਂ ਮੰਨਣਾ। ਜਾਨ ਜਾਏ ਜੈਸੋ ਇਹ ਹੋਈ ਤੇ ਜਦੋਂ ਮੱਖਣ ਸ਼ਾਹ ਚਲੇ ਜਾਏਗਾ ਨਾ, ਉਸ ਤੋਂ ਬਾਅਦ ਦੇ ਫਿਰ ਵਿੱਚ ਜਿਹੋ ਜਿਹਾ ਸਮਾਂ ਆਏਗਾ ਫਿਰ ਵੇਖਿਆ ਜਾਵੇਗਾ। ਅਬ ਮੱਖਣ ਕੇ ਕੈਬੇ ਕਰਕੇ ਹੁਣ ਤੇ ਸਿਰਫ ਮੱਖਣ ਸ਼ਾਹ ਦੇ ਆਖਣ ਕਰਕੇ ਹੀ ਪਰਖੇ ਬਿਨ ਸ਼ਰਧਾ ਉਰ ਧਰਕ ਸੰਗਤਾਂ ਨੇ ਬਿਨਾਂ ਸੋਚ ਵਿਚਾਰ ਕੀਤੇ, ਬਿਨਾਂ ਪਰਖ ਕੀਤੇ ਤੋਂ ਦਈ ਉਪਾਇ ਨ ਮਾਨਿਓ ਇਹੀ ਤੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਭੇਟਾ ਦਿੱਤੀਆਂ ਤੇ ਗੁਰੂ ਮੰਨ ਲਿਆ। ਇੱਕ ਬਾਰ ਹੀ ਪੁਨ ਹੋਇ ਨਹੀਂ ਤੇ ਇੱਕ ਵਾਰ ਵੀ ਕਿਸੇ ਨੇ ਇਹਨਾਂ ਦੀ ਪਰਖ ਨਹੀਂ ਕੀਤੀ, ਸੰਗਤਾਂ ਨੇ ਵੇਖਿਆ ਨਹੀਂ। ਇਮ ਕੋ ਇੱਕ ਤੋ ਇਮ ਕੈ ਤੂਸ਼ਣ ਠਾਨੀ ਇੱਕ ਤੇ ਇਹਨਾਂ ਨੇ ਹੁਣ ਤੱਕ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਚੁੱਪ ਹੀ ਰਹੇ ਹਨ। ਆਤ ਕਰੋਦੇ ਇੱਕ ਤਿੰਨੋਂ ਬਖਾਨੀ ਤੇ ਫਿਰ ਇਹਨਾਂ ਦੇ ਵਿੱਚ ਜਿਹੜੇ ਮਸੰਦ ਸੀ ਨਾ, ਕੁਝ ਕੁ ਜਿਹੜੇ ਨੇ ਉਹ ਚੁੱਪ ਕਰਕੇ ਵੀ ਚਲੋ ਕੋਈ ਗੱਲ ਨਹੀਂ, ਮੱਖਣ ਸ਼ਾਹ ਦੇ ਕਰਕੇ ਸਾਰੇ ਉਧਰ ਗਏ ਨੇ। ਮੱਖਣ ਸ਼ਾਹ ਜਦੋਂ ਵਾਪਸ ਚਲੇ ਜਾਏਗਾ ਆਪਣੀ ਦੁਕਾਨਦਾਰੀ ਫੇਰ ਚੱਲਦੀ ਰਹਿਣੀ ਹੈ। ਝੂਠ ਦੀਆਂ ਦੁਕਾਨਾਂ ਜਿਹੜੀਆਂ ਨੇ ਉਹਨਾਂ ਦਾ ਇਸੇ ਤਰ੍ਹਾਂ ਹੀ ਹੁੰਦਾ, 4 ਨਹੀਂ ਮੰਨਣਗੇ 10 ਮੰਨਣਗੇ, 10 ਨਹੀਂ ਮੰਨਣਗੇ 5 ਮੰਨਣਗੇ, ਤੇ ਚੱਲਦਾ ਹੀ ਰਹਿੰਦਾ ਵੀ ਕੋਈ ਨਾ ਕੋਈ ਤੇ ਆਏਗਾ ਨਾ। ਸੌਦਾ ਤੇ ਵਿਕ ਹੀ ਜਾਂਦਾ ਨਾ, ਖਰਾ ਵੀ ਵਿਕਦਾ ਤੇ ਝੂਠਾ ਵੀ ਵਿਕਦਾ। ਦੁਨੀਆ ਦੇ ਵਿੱਚ ਸੱਚ ਵੀ ਚੱਲਦਾ ਹੈ ਤੇ ਝੂਠ ਵੀ ਚੱਲਦਾ ਹੈ। ਹੁਣ ਦੁਨੀਆ ਦੇ ਵਿੱਚ ਵੇਖ ਲਓ ਵੀ ਜੇ ਸੋਨੇ ਦੀ ਆਪਣੀ ਕੀਮਤ ਹੈ, ਸੋਨਾ ਵਿਕਦਾ ਤੇ ਪਿੱਤਲ ਵੀ ਤੇ ਵਿਕਦਾ ਹੀ ਹੈ ਨਾ। ਇਸ ਕਰਕੇ ਕੋਈ ਏਡੀ ਫਿਕਰ ਦੀ ਗੱਲ ਨਹੀਂ। 4 ਕੁ ਦਿਨਾਂ ਦੀ ਖੇਡ ਹੈ। ਮੱਖਣ ਸ਼ਾਹ ਦੇ ਵਾਪਸ ਜਾਣ ਤੋਂ ਬਾਅਦ ਇਹ ਸਾਰਾ ਕੁਝ ਫਿਰ ਉਸੇ ਤਰ੍ਹਾਂ ਹੋ ਜਾਣਾ। ਆਪਣੀ ਇਸ ਦੁਕਾਨਦਾਰੀ ਨੂੰ, ਝੂਠ ਦੀ ਦੁਕਾਨ ਨੂੰ ਕੋਈ ਫਰਕ ਨਹੀਂ ਪੈਗਾ। ਜਿਹੜੇ ਤੇ ਸੀ ਨਾ ਇਸ ਤਰ੍ਹਾਂ ਦੇ, ਉਹ ਤੇ ਚੁੱਪ ਕਰ ਗਏ। ਤੇ ਕਈ ਇਹਨਾਂ ਚੋਂ ਬਹੁਤੇ ਹੀ ਰਖਾਲੂ ਸੀ, ਬਹੁਤੇ ਤੱਤੇ ਸਨ। ਭੀਮ ਰਜਾਦ ਬਾਤ ਨ ਆਸ਼ੇ ਉਹ ਜਿਹੜੇ ਬਹੁਤੇ ਕ੍ਰੋਧ ਵਿੱਚ ਆ ਜਾਂਦੇ ਤੇ ਕੰਮ ਬਹੁਤ ਮਾੜਾ ਹੋ ਗਿਆ ਤੇ ਮਰਿਆਦਾ ਤੋਂ ਬਿਨਾਂ ਕੰਮ ਹੈ। ਔਰ ਇਹ ਗੱਲ ਤੇ ਕਦਾਚਿਤ ਸਵੀਕਾਰ ਨਹੀਂ ਕੀਤੀ ਜਾ ਸਕਦੀ। ਭਇਓ ਅਗਰਣੀ ਸਭ ਕਰ ਪਾਸ਼ੇ ਤੇ ਪਹਿਲਾਂ ਵੇਖੋ ਸਾਰੇ ਇੱਥੇ ਬਾਈ ਗੁਰੂ ਬਣ ਕੇ ਬੈਠੇ ਸਨ। ਕਿਸ ਭਰਾਤਾ ਕੋ ਭੈ ਨਾ ਮਾਨਿਓ ਤੇ ਇਹਨਾਂ ਨੇ ਕੀ ਕੀਤਾ, ਆਪਣੇ ਕਿਸੇ ਵੀ ਸੋਢੀ ਭਰਾ ਦਾ ਕੋਈ ਦੁੱਖ ਨਹੀਂ ਮੰਨਿਆ। ਜਦੋਂ ਨਾ ਦੇਖੋ ਬੰਦਾ ਆਪ ਦੂਸਰੇ ਦੇ ਨਾਲ ਧੱਕਾ ਕਰੀ ਜਾਏ, ਕਰੀ ਜਾਏ, ਕਰੀ ਜਾਏ, ਉਦੋਂ ਨਹੀਂ ਵੇਖੇਗਾ ਵੀ ਉਹ ਮੇਰਾ ਕੁਝ ਲੱਗਦਾ ਹੈ, ਮੈਂ ਉਹਦੇ ਬਾਰੇ ਕੁਝ ਚੰਗਾ ਸੋਚਾਂ। ਤੇ ਜਦੋਂ ਕਿਤੇ ਆਪਣੇ ਆਪ ਨੂੰ ਸੇਕ ਲੱਗਦਾ ਨਾ ਥੋੜਾ ਜਿਹਾ, ਤੇ ਫਿਰ ਸਮਝ ਆਉਂਦੀ। ਹੁਣ ਤੱਕ ਇਹਨਾਂ ਚੋਂ ਕਿਸੇ ਸੋਢੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਰੇ ਨਹੀਂ ਸੀ ਸੋਚਿਆ ਵੀ ਚਲੋ ਸਾਡੇ ਕੋਲ ਸੰਗਤ ਆਉਂਦੀ ਹੈ, ਸਾਨੂੰ ਮਾਇਆ ਦਿੰਦੀ ਹੈ, ਅਸੀਂ ਕੁਝ ਮਾਇਆ ਤੁਹਾਨੂੰ ਮੱਥਾ ਟੇਕ ਦਿੰਨੇ ਨਾ। ਕਿਸੇ ਨੇ ਨਹੀਂ। ਇੱਥੋਂ ਤੱਕ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਾਰੇ ਤੇ ਇਹਨਾਂ ਨੇ ਮੱਖਣ ਸ਼ਾਹ ਲਬਾਣੀ ਨੂੰ ਵੀ ਨਹੀਂ ਸੀ ਦੱਸਿਆ। ਉਹਨੇ ਜਦੋਂ ਪੁੱਛਿਆ ਤੇ ਤਾਂ ਵੀ ਇਹ ਮਨਾ ਕਰਦੇ ਰਹੇ, ਨਾ ਨਾ ਤੂੰ ਨਾ ਜਾਈ, ਉਹਨਾਂ ਦਾ ਤੇ ਸੁਭਾਅ ਠੀਕ ਨਹੀਂ, ਉਹਨਾਂ ਨੂੰ ਤੇ ਬੋਲਣ ਦਾ ਪਤਾ ਨਹੀਂ, ਬੜਾ ਮਾੜਾ ਬੋਲਦੇ ਰਹੇ ਸਤਿਗੁਰੂ ਮਹਾਰਾਜ ਵਾਸਤੇ। ਤੇ ਜਦੋਂ ਹੁਣ ਗੁਰੂ ਸਾਹਿਬ ਜੀ ਗੁਰੂ ਰੂਪ ਵਿੱਚ ਪ੍ਰਗਟ ਹੋ ਗਏ ਤੇ ਫਿਰ ਇਹਨਾਂ ਨੂੰ ਅਕਲ ਆ ਗਈ, ਸਿਆਣਪ ਆ ਗਈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਨਾ ਸਾਰਿਆਂ ਦਾ ਹਿੱਤ ਰੱਖਣਾ ਚਾਹੀਦਾ।
ਉਹ ਸੋਢੀ ਨੇ, ਅਸੀਂ ਵੀ ਸੋਢੀ ਹਾਂ। ਸਾਰੇ ਭਰਾਵਾਂ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਹੈ। ਸਭ ਧਨ ਆਪ ਲਏ ਗੁਰਬਾਨਿਓ। ਤੇ ਉਹਨਾਂ ਨੂੰ 500 ਮੋਹਰ ਤੇ ਇੱਕ ਮਿਲੀ, ਬਾਕੀ ਪੈਸੇ ਹੋਰ ਵੱਖਰੇ ਦਸਵੰਧ ਦੇ। ਨਾਲ ਇੰਨੀਆਂ ਸੰਗਤਾਂ ਨੇ ਇੱਕੋ ਥਾਂ ਤੇ ਮੱਥਾ ਟੇਕ ਦਿੱਤਾ, ਕਿੰਨਾ ਚੜਾਵਾ ਆਇਆ। ਇਹਨਾਂ ਕੁਝ ਪ੍ਰਾਪਤ ਕਰਕੇ ਸਗੋਂ ਉਹ ਹੋਰ ਹੰਕਾਰੀ ਬਣ ਗਏ। ਅਦਕ ਦਰਬ ਕਬ ਸਿੱਖ ਕੋ ਲਿਆਵੇ। ਤੇ ਕਦੀ ਕਦੀ ਕੋਈ ਸਿੱਖ ਜੇ ਬਹੁਤ ਸਾਰੀ ਮਾਇਆ ਲੈ ਵੀ ਆਵੇ, ਜੋ ਅਜਾਨ ਇੱਕ ਨਿਕਟ ਚੜਾਵੇ। ਤੇ ਜੇ ਕਿਸੇ ਨੂੰ ਨਹੀਂ ਪਤਾ ਵੀ ਇੱਥੇ 22 ਜਾਂ 23 ਗੁਰੂ ਨੇ, ਇਹਨਾਂ ਦੀ ਗਿਣਤੀ 'ਚ ਹੁਣ ਇਹ ਹੈ ਵੀ ਅਸੀਂ ਪਹਿਲਾਂ 22 ਸੀ, ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਗੁਰੂ ਬਣ ਗਏ, ਹੁਣ 23 ਆ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ 4 ਕੁ ਦਿਨ ਰੁਕੋ, ਲਈ ਹੋਣਾ ਕੀ ਹੈ ਤੁਹਾਡੇ ਨਾਲ। ਇਹਨਾਂ ਨੂੰ ਤੇ ਭਜਦਿਆ ਰਾਹ ਨਹੀਂ ਲੱਭਣਾ। ਇਹ ਆਂਦੇ ਵੀ ਜੇ ਕੋਈ ਸਿੱਖ ਲਿਆ ਕੇ ਇੱਕ ਨੂੰ ਬਹੁਤੀ ਮਾਇਆ ਦੇ ਦੇਵੇ, ਸਭ ਭਰਾਤਨ ਕੇ ਢਿਗ ਸੋ ਦੇ। ਤੇ ਚਾਹੀਦਾ ਇਹ ਹੈ ਕਿ ਉਹ ਜਿਹੜੇ ਪੈਸੇ ਜੇ ਬਹੁਤੇ ਜ਼ਿਆਦੇ ਆ ਜਾਣ ਨਾ ਇੱਕ ਕੋਲ, ਤੇ ਸਾਰੇ ਸੋਢੀ ਭਰਾ ਆਪਸ ਵਿੱਚ ਇੱਕੋ ਬਰਾਦਰੀ ਇੱਕੋ ਕੁੱਲ ਦੇ ਨੇ, ਇੱਕ ਦੂਸਰੇ ਦੇ ਨਾਲ ਸ਼ੇਅਰ ਕਰਨਾ ਚਾਹੀਦਾ। ਇੱਕ ਜਣੇ ਕੋਲ ਪੈਸੇ ਆ ਜਾਣ ਤੇ ਬਾਕੀਆਂ ਨੂੰ ਬਣਦਾ ਹਿੱਸਾ ਦੇ ਦੇਣਾ ਚਾਹੀਦਾ ਹੈ। ਭਾਗ ਸਮਾਨ ਆਪਨੋ ਲੈ। ਤੇ ਜੋ ਆਪਣਾ ਹਿੱਸਾ ਬਣਦਾ ਆਪਣੇ ਕੋਲ ਰੱਖੋ, ਜਿਹੜਾ ਬਾਕੀਆਂ ਦਾ ਉਹ ਉਹਨਾਂ ਕੋਲ ਪਹੁੰਚਾ ਦਿਓ। ਸ਼੍ਰੀ ਹਰਿ ਕ੍ਰਿਸ਼ਨ ਬਾਗ ਕੇ ਕਹੇ। ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਤੇ ਇਹ ਬਚਨ ਕੀਤੇ, ਗੁਰੂ ਬਕਾਲੇ ਮੈਂ ਸਿੱਖ ਚਾਹੇ। ਇਸੇ ਤਰ੍ਹਾਂ ਹੀ ਹੁੰਦਾ, ਜਦੋਂ ਬੰਦਾ ਆਪਣੇ ਉੱਪਰ ਢੁਕਾ ਕੇ ਵਿਆਖਿਆ ਕਰਦਾ ਨਾ, ਗੱਲ ਉਹੀ ਹੁੰਦੀ ਹੈ। ਜਦੋਂ ਆਪਣੇ ਤੇ ਢੁਕਦੀ ਉਹਦੀ ਵਿਆਖਿਆ ਹੋਰ ਹੁੰਦੀ ਹੈ, ਜਦੋਂ ਦੂਸਰੇ ਤੇ ਢੁਕਦੀ ਉਦੋਂ ਉਹਦੀ ਵਿਆਖਿਆ ਹੋਰ ਹੁੰਦੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਖਿਆ, ਬਾਬਾ ਬਸੇ ਜੇ ਗ੍ਰਾਮ ਬਕਾਲੇ। ਇਹਨਾਂ ਨੇ ਕੀ ਬਣਾ ਲਿਆ? ਇਹਨਾਂ ਨੇ ਬਾਬਾ ਵਿੱਚੋਂ ਕੱਟ ਦਿੱਤਾ। ਆਖਣ ਲੱਗੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਤੇ ਇਹੀ ਆਖਿਆ ਵੀ ਗੁਰੂ ਬਕਾਲੇ ਰਹਿੰਦਾ, ਤੇ ਹੁਣ ਬਕਾਲੇ ਤੇ ਕੋਈ ਕਿਸੇ ਦਾ ਨਾਂ ਤਾਂ ਨਹੀਂ ਨਾ ਲਿਆ। ਇਸ ਕਰਕੇ ਬਕਾਲੇ 'ਚ ਰਹਿਣ ਵਾਲੇ ਸਾਰੇ ਸੋਢੀ ਅਸੀਂ ਗੁਰੂ ਹਾਂ। ਜਾਂ ਤੇ ਅਹੀਂ ਗ੍ਰਾਮ ਮੈਂ ਜੀ। ਇਸ ਵਾਸਤੇ ਕੁਝ ਸੋਢੀ ਜਿਹੜੇ ਉਹ ਪਹਿਲਾਂ ਤੋਂ ਇੱਥੇ ਮੌਜੂਦ ਸਨ, ਕੁਝ ਬਾਅਦ ਦੇ ਵਿੱਚ ਆ ਗਏ। ਲੈਨ ਉਚਿਤ ਭੇਟਨ ਸਭ ਤੇ। ਇਸ ਵਾਸਤੇ ਇਹ ਸਾਰੇ ਦੇ ਸਾਰੇ ਸੋਢੀ ਜਿਹੜੇ ਨੇ ਸੰਗਤਾਂ ਕੋਲੋਂ ਮਾਇਆ ਭੇਟਾ ਲੈਣ ਦੇ ਹੱਕਦਾਰ ਹਨ। ਗੁਰ ਇਹ ਨਾਮ ਨਾ ਕਿਸ ਕੋ ਲੀਨਾ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਜਦੋਂ ਬਖਸ਼ਿਸ਼ ਕੀਤੀ, ਬਕਾਲੇ ਦਾ ਹੀ ਨਾਂ ਲਿਆ ਨਾ, ਕਿਸੇ ਇੱਕ ਦਾ ਨਾਮ ਤੇ ਨਹੀਂ ਲਿਆ ਵੀ ਉੱਥੇ ਧੀਰਮਲ ਗੁਰੂ ਹੈ, ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨੇ, ਜਾਂ ਉੱਥੇ ਕੋਈ ਹੋਰ ਹੈ। ਉਹਨਾਂ ਨੇ ਤੇ ਆਖਿਆ ਵੀ ਬਕਾਲੇ ਹੈ ਗੁਰੂ। ਇਸ ਵਾਸਤੇ ਅਸੀਂ ਸਾਰੇ ਦੇ ਸਾਰੇ ਹੀ ਗੁਰੂ ਹਾਂ। ਸਭਨ ਕੋ ਅਧਿਕਾਰ ਸੁਦੀਨਾ। ਸਾਰਿਆਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਸਾਰੇ ਸੋਢੀਆਂ ਨੂੰ ਗੁਰੂ ਬਣਨ ਦਾ ਅਧਿਕਾਰ ਦੇ ਦਿੱਤਾ ਵੀ ਜਿੰਨੇ ਸੋਢੀ ਨੇ ਸਾਰੇ ਗੁਰੂ ਨੇ, ਸਾਰੇ ਗੁਰੂ ਬਣ ਜਾਓ। ਪਰ ਬਣੋ ਕਿੱਥੇ? ਬਣੋ ਬਕਾਲੇ ਜਾ ਕੇ। ਇਹੀ ਸੋਚ ਕੇ ਇਹਨਾਂ ਨੇ ਆਪਣੇ ਆਪਣੇ ਡੇਰੇ ਲਾਏ ਸਨ। ਪੂਰਬ ਆਏ ਸਿੱਖ ਸਮੁਦਾਏ। ਤੇ ਜਿਹੜੇ ਹੁਣ ਤੱਕ ਪਹਿਲਾਂ ਦੂਰ ਦਰਾਡੇ ਤੋਂ ਗੁਰੂ ਦੇ ਸਿੱਖ ਬਕਾਲੇ ਗੁਰੂ ਨੂੰ ਮਿਲਣ ਵਾਸਤੇ ਆਉਂਦੇ ਰਹੇ, ਲਿਆਏ ਅਲਪ ਉਪਾਇਨ ਭਾਏ। ਸਤਿਗੁਰੂ ਮਹਾਰਾਜ ਜੀ ਵਾਸਤੇ ਜੋ ਵੀ ਉਹ ਭੇਟਾ ਲੈ ਕੇ ਆਉਂਦੇ ਸਨ, ਕਿਸ ਕੋ ਕੋਏ ਕਿਸੀ ਨੇ ਕੋਈ। ਤੇ ਕੀ ਹੁੰਦਾ ਸੀ, ਕਿਸੇ ਇਲਾਕੇ ਦੀ ਸੰਗਤ ਆਉਂਦੀ ਉਹ ਕਿਸੇ ਡੇਰੇ ਵੜ ਜਾਂਦੀ, ਦੂਜੀ ਆਉਂਦੀ ਦੂਜੇ ਵੜ ਜਾਂਦੀ। ਕੋਈ ਕਿਸੇ ਨੂੰ ਭੇਟਾ ਦੇ ਦਿੰਦਾ, ਕੋਈ ਕਿਸੇ ਨੂੰ ਭੇਟਾ ਦੇ ਦਿੰਦਾ। ਦਰਸ ਪਰਸ ਕਰ ਗਮਨੇ ਸੋਈ। ਤੇ ਸੰਗਤਾਂ ਦਰਸ਼ਨ ਕਰਕੇ ਮਾਇਆ ਭੇਟਾ ਦੇ ਕੇ ਵਾਪਸ ਚਲੀਆਂ ਜਾਂਦੀਆਂ। ਇਹ ਸਿੱਖ ਲਿਆਇਓ ਦਰਬ ਬਸਾਲਾ। ਤੇ ਇਹਦੇ ਨਾਲ ਕੀ ਸੀ ਵੀ ਸਾਰਿਆਂ ਦੀ ਦੁਕਾਨ ਚੱਲਦੀ ਸੀ। ਕੋਈ ਕਿਤੇ ਆ ਗਿਆ, ਕੋਈ ਕਿਤੇ ਆ ਗਿਆ, ਕੋਈ ਉਹਨੂੰ ਮਾਇਆ ਦੇ ਗਿਆ, ਕੋਈ ਉਹਨੂੰ ਦੇ ਗਿਆ। ਪਰ ਇਹ ਸਿੱਖ ਜਿਹੜਾ ਮੱਖਣ ਸ਼ਾਹ ਲੁਬਾਣਾ ਆਇਆ ਹੈ, ਦੇਬੂ ਚਹਿ ਸਭਨ ਇੱਕ ਸਾਲਾ। ਇਹਨੇ ਕੀ ਕੀਤਾ? ਇਹਨੇ ਜਿੰਨੀ ਮਾਇਆ ਸੀ ਨਾ ਸਾਰੀ ਦੀ ਸਾਰੀ, ਇਹ ਇਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੇ ਦਿੱਤੀ ਹੈ। ਇਸ ਢਿਗ ਕਥਨ ਰਹਿਣ ਧਨ ਦੇ ਹੈ। ਇਹਦੇ ਕੋਲ ਹੁਣ ਦੱਸੋ ਇਹ ਪੈਸਾ ਕਿਵੇਂ ਰਹਿਣ ਦਈਏ? ਇਹਦੇ ਤੇ ਸਾਡਾ ਹੱਕ ਬਣਦਾ। ਫਿਰ ਮੈਂ ਬੇਨਤੀ ਕਰਾਂ, ਮਸਲਾ ਜਿਹੜਾ ਇਹਨਾਂ ਲਈ ਇਹ ਨਹੀਂ ਵੀ ਕਿਸੇ ਸਿੱਖ ਦਾ ਭਲਾ ਹੋਵੇ, ਕਿਸੇ ਸਿੱਖ ਨੂੰ ਸਿੱਖੀ ਦੀ ਦਾਤ ਮਿਲੇ, ਕੋਈ ਗੁਰੂ ਦਾ ਨਾਮ ਜਪੇ, ਕੋਈ ਚੰਗੇ ਮਾਰਗ ਤੇ ਤੁਰੇ,
ਕੋਈ ਮਨਮਤ ਦਾ, ਬੁਰਾਈਆਂ ਦਾ ਤਿਆਗ ਕਰੇ, ਕੋਈ ਆਪਣਾ ਜੀਵਨ ਸਵਾਰੇ। ਮਤਲਬ ਇਹ ਨਹੀਂ ਹੈ। ਇਹਨਾਂ ਦਾ ਮਤਲਬ ਸਿਰਫ ਪੈਸੇ ਨਾਲ ਹੈ, ਸਿਰਫ ਪੈਸੇ ਨਾਲ, ਵੀ ਸਾਡੇ ਕੋਲ ਜਿਹੜੀ ਨਾ ਉਹ ਮਾਇਆ ਆਵੇ। ਇਸੇ ਲਈ ਨਾ ਦੇਖੋ, ਦੋ ਚੀਜ਼ਾਂ ਨੇ। ਸਿੱਖ ਦੇ ਜੀਵਨ ਵਿੱਚ ਗੁਰੂ ਦਾ ਹੁਕਮ ਹੈ ਵੀ ਸਿੱਖ ਦਾ ਜੀਵਨ ਇੰਨਾ ਉੱਚਾ ਸੁੱਚਾ ਹੋਵੇ, ਸਿੱਖ ਦਾ ਕਿਰਦਾਰ, ਸਿੱਖ ਦੀ ਵਿਚਾਰ, ਸਿੱਖ ਦਾ ਵਿਹਾਰ ਇੰਨਾ ਉੱਚਾ ਹੋਵੇ ਕਿ ਗੁਰੂ ਦੇ ਸਿੱਖ ਦਾ ਧੰਦਾ ਜਿਹੜਾ ਨਾ, ਧੰਦਾ, ਉਹਦਾ ਧੰਦਾ ਵੀ ਧਰਮ ਬਣ ਜਾਏ, ਉਹਦੇ ਧੰਦੇ ਵਿੱਚ ਵੀ ਧਰਮ ਹੋਵੇ। ਇਹਦੇ ਵਿੱਚ ਤੇ ਹੈ ਗੁਰੂ ਦੀ ਬਖਸ਼ਿਸ਼। ਤੇ ਜਦੋਂ ਕਿਸੇ ਦੀ ਮੱਤ ਮਾਰੀ ਜਾਏ, ਕੋਈ ਉਲਟਾ ਕਰ ਲਏ, ਸਿੱਖ ਨੂੰ ਚਾਹੀਦਾ ਹੈ ਧੰਦੇ ਨੂੰ ਧਰਮ ਬਣਾਉਣਾ, ਧੰਦੇ ਵਿੱਚ ਵੀ ਧਰਮ ਹੋਵੇ। ਹੁਣ ਮੱਖਣ ਸ਼ਾਹ ਬਾਣਾ ਧੰਦਾ ਹੀ ਕਰਦਾ ਸੀ ਨਾ, ਵਪਾਰ ਕਰਦਾ ਸੀ। ਹੁਣ ਵਪਾਰ ਵਿੱਚ ਵੀ ਧਰਮ ਹੈ ਕਿ ਜੇ ਵਿਪਤਾ ਆਈ ਹੈ ਤਾਂ ਗੁਰੂ ਨੂੰ ਚੇਤੇ ਕਰਨਾ ਹੈ, ਤੇ ਜੇ ਗੁਰੂ ਨੇ ਕਿਰਪਾ ਕੀਤੀ ਹੈ, ਬੇੜਾ ਬੰਨੇ ਲੱਗਾ ਹੈ, ਤੇ ਦਸਵੰਧ ਦੀ ਮਾਇਆ ਟਿਕਾਣੇ ਪਹੁੰਚਾਉਣੀ ਹੈ, ਜਿਹਨੂੰ ਕਿਨੂੰ ਨਹੀਂ ਦੇ ਦੇਣੀ। ਧੰਦੇ ਨੂੰ ਧਰਮ ਬਣਾਇਆ ਨਾ ਗੁਰੂ ਦੇ ਸਿੱਖ ਉਹ ਨੇ ਜਿਹੜੇ ਆਪਣੇ ਧੰਦੇ ਨੂੰ ਧਰਮ ਬਣਾ ਲੈਂਦੇ ਨੇ, ਤੇ ਜਿਨ੍ਹਾਂ ਦੀ ਮੱਤ ਮਾਰੀ ਜਾਵੇ, ਜਿਹੜੇ ਹੰਕਾਰੀ ਹੋ ਜਾਣ ਤੇ ਜਿਹੜੇ ਧਰਮ ਨੂੰ ਹੀ ਧੰਦਾ ਬਣਾ ਲੈਣ, ਉਹਨਾਂ ਨੂੰ ਫਿਰ ਦੋਈ ਜਹਾਨੀ ਕਿਤੇ ਢੋਈ ਨਹੀਂ। ਧਰਮ ਧੰਦਾ ਬਣ ਜਾਏ, ਚਾਹੇ ਕਿਸੇ ਵੀ ਧਰਮ 'ਚ ਹੋਵੇ। ਇਹ ਨਹੀਂ ਗੱਲਾਂ ਵੀ ਇਹ ਕਿਸੇ ਇੱਕ ਧਰਮ ਦੀ, ਕਿਸੇ ਵੀ ਧਰਮ ਵਿੱਚ ਜਦੋਂ ਉਸ ਧਰਮ ਦੇ ਲੋਕ, ਉਸ ਧਰਮ ਦੇ ਪੈਰੋਕਾਰ, ਉਸ ਧਰਮ ਦੇ ਪ੍ਰਚਾਰਕ, ਉਸ ਧਰਮ ਦੇ ਅਨੁਯਾਈ, ਉਹਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਧਰਮ ਨੂੰ ਧੰਦਾ ਬਣਾ ਲੈਣਗੇ ਨਾ, ਫਿਰ ਉਹ ਧਰਮ ਜਿਹੜਾ ਇੱਕ ਦੁਕਾਨ ਤੋਂ ਵੱਧ ਕੇ ਕੁਝ ਵੀ ਨਹੀਂ, ਉਹ ਧਰਮ ਇੱਕ ਵਪਾਰ ਤੋਂ ਵੱਧ ਕੇ ਕੁਝ ਵੀ ਨਹੀਂ। ਤੇ ਜਿੱਥੇ ਪਰਮਾਤਮਾ ਦੀ ਬਖਸ਼ਿਸ਼ ਹੈ, ਜਿੱਥੇ ਕਿਰਪਾ ਹੈ, ਜਿੱਥੇ ਧੰਦਾ ਧਰਮ ਬਣੇ, ਉੱਥੇ ਜੈ ਜੈਕਾਰਾਂ ਨੇ। ਹੁਣ ਭਾਈ ਮੱਖਣ ਸ਼ਾਹ ਲੁਬਾਣੇ ਨੇ ਕੀ ਕੀਤਾ? ਭਾਈ ਮੱਖਣ ਸ਼ਾਹ ਨੇ ਧੰਦੇ ਨੂੰ ਧਰਮ ਬਣਾਇਆ। ਇਹ ਜਿਹੜੇ 22 ਝੂਠੇ ਪਖੰਡੀ ਬੈਠੇ ਨੇ ਨਾ, ਇਹਨਾਂ ਧਰਮ ਦੇ ਚੋਲੇ ਪਹਿਨੇ ਨੇ, ਧਰਮ ਦਾ ਦਿਖਾਵਾ ਕਰਦੇ ਨੇ, ਧਰਮ ਦਾ ਪਖੰਡ ਕਰਦੇ ਨੇ, ਆਪਣੇ ਆਪ ਨੂੰ ਗੁਰੂ ਵੀ ਅਖਵਾਉਂਦੇ ਨੇ, ਗੁਰੂ ਵਰਗੀਆਂ ਪੋਸ਼ਾਕਾਂ ਪਾਉਂਦੇ ਨੇ, ਗੁਰੂ ਵਰਗੀ ਗੱਦੀ ਲਾਉਂਦੇ ਨੇ, ਚੌਰ ਕਰਾਉਂਦੇ ਨੇ, ਸਿਰ ਤੇ ਚੰਦੋਵੇ ਰਵਾਉਂਦੇ ਨੇ। ਗੁਰੂ ਵਰਗਾ ਦਿਖਾਵਾ ਤੇ ਸਭ ਹੈ, ਪਰ ਕਾਹਦੇ ਲਈ? ਸਿਰਫ ਧੰਦੇ ਵਾਸਤੇ। ਇਹਨਾਂ ਨੇ ਧਰਮ ਨੂੰ ਧੰਦਾ ਬਣਾਇਆ। ਇਸ ਲਈ ਆਂਦੇ ਨੇ ਵੀ ਸਾਡੇ ਨਾਲ ਇਹ ਨਜਾਇਜ਼ ਹੋਈ ਹੈ ਜੋ ਇੰਨੀ ਸਾਰੀ ਮਾਇਆ ਕੱਲੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਿਲ ਗਈ। ਨਿਰਬਲ ਤੇ ਸਭ ਹੈ ਹਰ ਲਹਿ। ਤੇ ਫਿਰ ਕੀ ਹੋਏਗਾ? ਮੱਖਣ ਸ਼ਾਹ 4 ਦਿਨ ਵਾਪਸ ਚਲੇ ਜਾਏਗਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਮਾਇਆ ਥੋੜੀ ਰੱਖ ਲੈਣਗੇ। ਇੰਨੀ ਏਦਾਂ ਨਹੀਂ ਹੋਣ ਦੇਣਾ। ਸਾਡਾ ਜਿਹੜਾ ਬਣਦਾ ਹੱਕ ਹੈ, ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲੋਂ ਸਾਰਾ ਖੋਹ ਲਿਆਵਾਂਗੇ। ਅਦਕ ਅਸੋਇਕ ਇਸੇ ਪ੍ਰਕਾਰ। ਜਿਹੜੇ ਬਹੁਤ ਈਰਖਾਲੂ ਨੇ ਉਹਨਾਂ ਦੇ ਮਨ ਵਿੱਚ ਆਹੀ ਸੋਚ ਹੈ। ਕਰਤ ਪਰਸ ਪਰ ਬਾਕ ਉਚਾਰਾ। ਪਰਸ ਪਰ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਵਿਚਾਰਾਂ ਕਰਦੇ। ਕੇਤਕ ਮਤ ਸਰ ਬਹੁਤ ਬਤਾਏ। ਕਈ ਜਿਹੜੇ ਨੇ ਉਹ ਬਹੁਤੀ ਜ਼ਿਆਦੀ ਈਰਖਾ ਵਿੱਚ ਸੜੀ, ਹੋਰ ਜ਼ਿਆਦਾ ਤੱਤੇ ਹੋ ਗਏ, ਕ੍ਰੋਧ ਵਿੱਚ ਆ ਗਏ। ਧੀਰ ਮਲ ਕੀ ਸ਼ਰਨ ਸੁਧਾਏ। ਉਹਨਾਂ ਨੇ ਆਖਿਆ ਵੀ ਨਹੀਂ ਨਹੀਂ, ਦੇਖੋ ਜਿਹੜਾ ਕੰਮ ਅੱਜ ਹੋਵੇ ਨਾ ਅੱਜ ਹੀ ਹੋਵੇ। ਅੱਜ ਮੱਖਣ ਸ਼ਾਹ ਆਇਆ, ਇੰਨੇ ਪੈਸੇ ਦੇ ਗਿਆ, ਕੱਲ ਨੂੰ ਕੋਈ ਹੋਰ ਆਏਗਾ, ਇੰਨੇ ਪੈਸੇ ਦੇ ਜਾਏਗਾ, ਤੇ ਸਾਡਾ ਕਿਵੇਂ ਗੁਜ਼ਾਰਾ ਚੱਲੇਗਾ? ਇਸ ਲਈ ਅੱਜ ਹੀ ਹੱਲ ਕਰਨਾ ਚਾਹੀਦਾ। ਇਹਨੇ ਨੇ ਕੀ ਕੀਤਾ? ਦੋਵਾਂ ਚੋਵਾਂ ਨੂੰ ਹੋਰ ਨੂੰ, ਹਿੰਦੀ ਦਾ ਇੱਕ ਮੁਹਾਵਰਾ, ਚੋਰ ਕੇ ਚੋਰ ਮੁਸੇਰੇ ਭਾਈ। ਹੁਣ ਤੱਕ ਜਦੋਂ ਤੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਰੋਧ ਕਰਨਾ ਸੀ, ਵੀ ਉਹ ਭੋਰੇ 'ਚ ਬੈਠੇ ਨੇ, ਆਪਣੀ ਪੂਜਾ ਕਰਾਉਣੀ ਸੀ, ਉਦੋਂ ਸਭ ਤੋਂ ਵੱਖ ਉਹ ਆਂਦਾ ਨਹੀਂ ਉਹ ਝੂਠਾ ਮੈਂ ਸੱਚਾ, ਉਹ ਆਂਦਾ ਉਹ ਝੂਠਾ ਮੈਂ ਸੱਚਾ। ਉਦੋਂ ਇਹਨਾਂ ਸਾਰਿਆਂ ਦੀ ਇੱਕ ਦੂਜੇ ਨਾਲ ਨਹੀਂ ਸੀ ਬਣਦੀ। ਹੁਣ ਜਦੋਂ ਸੱਚ ਦਾ ਸੂਰਜ ਚੜ੍ਹਿਆ ਤੇ ਸੱਚ ਦੇ ਸੂਰਜ ਨੂੰ ਦਬਾਉਣ ਵਾਸਤੇ ਨਾ ਇਹ ਸਾਰੀ ਝੂਠਿਆਂ ਦੀ ਜਮਾਤ ਜਿਹੜੀ ਉਹ ਇਕੱਠੀ ਹੋ ਗਈ। ਜਿਸਕੇ ਸੰਗ ਨਰਨ ਕੋ ਬਰੰਦ। ਤੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਧੀਰਮਲ ਕੋਲ ਚਲੇ ਗਏ। ਤੇ ਧੀਰਮਲ ਇਹਨਾਂ ਸਾਰਿਆਂ ਤੋਂ ਮੁਖੀ ਸੀ, ਆਗੂ ਸੀ, ਜਿਹਦੇ ਨਾਲ ਬਹੁਤ ਸਾਰੇ ਲੋਕ, ਬੰਦੇ, ਨੌਕਰ ਚਾਕਰ ਰਹਿੰਦੇ ਸਨ। ਚਾਹੇ ਸੋ ਕਰੈ ਸਮਾਜ ਬੁਲੰਦ। ਉਹਦੇ ਕੋਲ ਬਹੁਤ ਸਾਰੀ ਮਾਇਆ ਸੀ, ਸਾਜੋ ਸਮਾਨ ਸੀ ਬੜਾ।
ਇਸ ਕਰਕੇ ਇਹਨਾਂ ਸੋਚਿਆ ਵੀ ਧੀਰਮਲ ਇਸ ਮਸਲੇ ਦਾ ਹੱਲ ਕਰੇਗਾ। ਅਦਕ ਦਰਬ ਏਕ ਲਟਿਕ ਕੈਸੇ। ਤੇ ਜਾ ਕੇ ਇਹਨਾਂ ਨੇ ਆਖਿਆ ਵੀ ਧੀਰਮਲ ਹੁਣ ਜਰਾ ਵੇਖ, ਇੰਨੀ ਮਾਇਆ ਆਈ ਤੇ ਇੰਨੀ ਮਾਇਆ ਨੂੰ ਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਕਿਵੇਂ ਰੱਖ ਸਕਣਗੇ। ਰੈਨ ਦੇ ਅਸ ਮੰਜਸ ਐਸੇ। ਵੀ ਦੇਖੋ ਇਹ ਗੱਲ ਤੇ ਠੀਕ ਨਹੀਂ ਹੈ ਵੀ ਇੰਨੀ ਸਾਰੀ ਮਾਇਆ ਕੱਲਾ ਹੀ ਸਾਂਭ ਜਾਵੇ। ਜੇਕਰ ਧੀਰ ਮਲ ਢਿਗ ਹੋਏ। ਤੇ ਜੇਕਰ ਇੰਨੀ ਮਾਇਆ ਧੀਰਮਲ ਦੇ ਕੋਲ ਹੋਵੇ ਇਹ ਰਾਖਨ ਕੋ ਸਮਰੱਥ ਸੋਏ। ਤੇ ਫਿਰ ਉਹਨੂੰ ਹੁਣ ਚੜਾਉਣਾ ਹੈ ਨਾ, ਤਾਂ ਫੂਕ ਦੇਣੀ ਹੈ ਵੀ ਸਾਡੀ ਗੱਲ ਮੰਨ ਜਾ। ਆਖਿਆ ਵੀ ਧੀਰਮਲ ਜੇ ਇੰਨੀ ਮਾਇਆ ਤੇਰੇ ਕੋਲ ਆਉਂਦੀ ਨਾ ਫਿਰ ਵੀ ਅਸੀਂ ਜਰ ਲੈਂਦੇ, ਕਿਉਂਕਿ ਤੂੰ ਵੱਡਾ ਸੀ, ਤੂੰ ਸਿਆਣਾ ਸੀ, ਤੂੰ ਯੋਗ ਸੀ, ਮੁਖੀ ਸੀ। ਤੇਰੇ ਕੋਲ ਇੰਨੀ ਮਾਇਆ ਹੁੰਦੀ ਤੇ ਅਸੀਂ ਜਰ ਲੈਂਦੇ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਇੰਨੀ ਮਾਇਆ ਆਈ ਹੈ, ਅਸੀਂ ਕਿਵੇਂ ਜਰੀਏ। ਤਿਨ ਕੋ ਐਸ ਵਰਜ ਵੱਧ ਬਸਾਲਾ। ਤੇ ਤੇਰੇ ਕੋਲ ਤੇ ਹੁਣ ਤੱਕ ਬਹੁਤ ਸਾਰਾ ਸਾਜੋ ਸਮਾਨ ਐਸ ਵਰਜ ਹੈ। ਸਦਾ ਸੁਮਨੈ ਮਾਨਵ ਜਾਲਾ। ਤੇ ਹੋਰ ਬਹੁਤ ਸਾਰੇ ਲੋਕ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਮੇਂ ਤੋਂ ਹੀ ਸਿੱਖ ਸੰਗਤਾਂ ਤੁਹਾਡਾ ਸਤਿਕਾਰ ਕਰਦੀਆਂ ਹਨ। ਭਰਾਤ ਭਰੀ ਭਤੀਜਾ ਗੁਰਜ ਕੇਰੇ। ਤੇ ਫਿਰ ਵੇਖੋ ਤੁਹਾਡੇ ਭਰਾਤਾ ਗੁਰੂ ਹਰਿਰਾਏ ਸਾਹਿਬ ਮਹਾਰਾਜ, ਤੁਹਾਡੇ ਭਤੀਜੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਇਹ ਆਪ ਗੁਰੂ ਹੋਏ ਹਨ। ਆਦ ਗ੍ਰੰਥ ਸਾਹਿਬ ਸ਼ੁਭ ਡੇਰੇ। ਤੇ ਫਿਰ ਵੇਖੋ ਤੁਹਾਡੇ ਤੇ ਹੋਰ ਕਿੱਡੀ ਵੱਡੀ ਬਖਸ਼ਿਸ਼ ਹੈ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਹੱਥੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੁਹਾਨੂੰ ਦਿੱਤੇ। ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਵੀ ਹਨ। ਇਸ ਮਸਲਤ ਕਰ ਪਹੁੰਚੇ ਪਾਸ। ਇਸ ਤਰ੍ਹਾਂ ਦੀ ਵਿਚਾਰ ਕਰਕੇ ਸਾਰੇ ਇਕੱਠੇ ਹੋ ਕੇ ਧੀਰਮਲ ਕੋਲ ਆ ਕੇ ਰੋਣਾ ਰੋਂਦੇ ਨੇ। ਸੋਢੀ ਕਿਤਕ ਮਲੰਦ ਸੁਦਾਸ। ਤੇ ਕਈ ਜਿਹੜੇ ਸੋਢੀ ਨੇ, ਕਈ ਇਹਨਾਂ ਦੇ ਨਾਲ ਈਰਖਾਲੂ, ਇਹਨਾਂ ਦੇ ਦਾਸ ਨੌਕਰ ਸੇਵਕ ਹਨ। ਜਾਏ ਸਰਬ ਬਰਤੰਤ ਸੁਨਾਇਓ। ਇਹਨਾਂ ਨੇ ਜਦੋਂ ਧੀਰਮਲ ਨੂੰ ਇਹ ਸਾਰਾ ਵਿਰਤਾਂਤ ਆਪਣਾ ਦੁੱਖ ਸੁਣਾਇਆ, ਕਇਆ ਕੀ ਨਸਜੋ ਮੱਖਣ ਆਇਓ। ਇਹ ਤੇ ਸਾਡੇ ਨਾਲ ਬਹੁਤ ਮਾੜਾ ਹੋਇਆ ਜੋ ਮੱਖਣ ਸ਼ਾਹ ਨੇ ਆ ਕੇ ਕੀਤਾ ਹੈ। ਸਾਜ ਕੇ ਝੂਠ ਨਰਨ ਕੇ ਸੰਗ। ਦੇਖੋ ਕੋਈ ਵੀ ਕੰਮ ਕਰਨਾ ਚਾਹੀਦਾ, ਪਹਿਲਾਂ ਨਿਰਣਾ ਕਰਨਾ ਚਾਹੀਦਾ, ਸੱਚ ਕੀ ਹੈ, ਝੂਠ ਕੀ ਹੈ, ਕੀ ਯੋਗ ਹੈ, ਕੀ ਅਯੋਗ ਹੈ। ਕੈਸਰ ਮਾਏ ਕੀਨ ਕੋ ਢੰਗ। ਕਿਸੇ ਨੇ ਭਰਮਾ ਕੇ ਇਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਖੜਿਆ, ਸੋ ਇਸ ਤਰੀਕੇ ਦੇ ਨਾਲ ਉਹ ਭਰਮ ਵਿੱਚ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕਰਕੇ ਗੁਰੂ ਬਣਾ ਕੇ ਬੈਠ ਗਏ। ਧੀਰਜ ਮਲ ਕੇ ਨਿਕਟ ਜਬ ਸਭਨ ਕੇ ਨਰ ਜਾਏ। ਜਦੋਂ ਇਸ ਤਰ੍ਹਾਂ ਸਾਰੇ ਇਹਨਾਂ ਝੂਠੇ ਗੁਰੂਆਂ ਦੇ ਬੰਦੇ ਤੇ ਆਪ ਹੀ ਝੂਠੇ ਗੁਰੂ ਸਾਰੇ ਧੀਰਮਲ ਦੇ ਕੋਲ ਜਾ ਕੇ ਆਪਣਾ ਦੁੱਖ ਸੁਣਾਉਂਦੇ ਨੇ। ਚਿੰਤਾ ਤੁਰਮਤ ਸਰਮੈਤ ਚਿਤਵਤ ਅਨਕ ਉਪਾਏ। ਧੀਰਮਲ ਦੇ ਮਨ ਵਿੱਚ ਵੀ ਬੜਾ ਫਿਕਰ ਹੋਇਆ ਵੀ ਇਸ ਤਰ੍ਹਾਂ ਤੇ ਦੁਕਾਨ ਬੰਦ ਹੋ ਜਾਏਗੀ, ਕਿਵੇਂ ਕੰਮ ਚੱਲੇਗਾ। ਸੱਚ ਦਾ ਸੂਰਜ ਚੜਿਆ ਨਾ, ਹੋਤ ਪੁਨਸਾਰ ਜੈਸੇ ਹੋਤ ਹੈ ਕਨੇਰੋ ਦੁੱਖ, ਚੋਰਨ ਕੇ ਝੁੰਡ ਕੋ ਚਕੋਰਨ ਕੀ ਪਾਲ ਕੋ। ਜਿਵੇਂ ਸੂਰਜ ਚੜਦਾ ਹੈ ਨਾ, ਚਕੋਰਾਂ ਬੜੀਆਂ ਦੁਖੀ ਹੁੰਦੀਆਂ ਨੇ, ਚੋਰ ਬੜੇ ਦੁਖੀ ਹੁੰਦੇ ਨੇ, ਉੱਲੂ ਬੜਾ ਦੁਖੀ ਹੁੰਦਾ, ਫਿਰ ਉਹਨਾਂ ਨੂੰ ਰਸਤਾ ਨਹੀਂ ਲੱਭਦਾ ਵੀ ਕੀ ਕੀਤਾ ਜਾਏ। ਇਸ ਤਰ੍ਹਾਂ ਇਹ ਸਾਰੇ ਧੀਰਮਲ ਦੇ ਕੋਲ ਆਏ ਹਨ। ਇੱਕ ਮਸੰਦ ਤਬ ਜੋਰੇ ਹੱਥ। ਉਸ ਵੇਲੇ ਇੱਕ ਮਸੰਦ ਨੇ ਹੱਥ ਜੋੜੇ ਤੇ ਬੇਨਤੀ ਕੀਤੀ, ਭਾਖਤ ਧੀਰਮਲ ਕੇ ਸਾਥ। ਤੇ ਉਹਨਾਂ ਨੂੰ ਧੀਰਮਲ ਨੂੰ ਹੁਣ ਫੇਰ ਆਪਣਾ ਦੁੱਖ ਸ਼ਬਦਾਂ ਦੇ ਰਾਹੀਂ ਬਿਆਨ ਕਰਕੇ ਦੱਸਿਆ ਹੈ। ਤਿਸਕੇ ਘਰ ਮੈਂ ਹੋਤੂ ਉਦਾਰਾ। ਵੇਖੋ ਤੁਹਾਡੇ ਘਰ ਵਿੱਚ ਤੇ ਬਹੁਤ ਸਾਜੋ ਸਮਾਨ ਸਮੱਗਰੀ ਹੈ, ਜਿਸ ਬਸ ਲੈਣ ਦੇਣ ਵਿਵਹਾਰਾ। ਤੇ ਤੁਸੀਂ ਸਾਰਾ ਲੈਣ ਦੇਣ ਜਿਹੜਾ ਜਾਣਦੇ ਹੋ, ਗੁਰੂ ਘਰ ਦੀ ਮਰਿਆਦਾ ਦਾ ਸਾਰਾ ਤੁਹਾਨੂੰ ਪਤਾ ਹੈ, ਸਮਝ ਹੈ। ਹੋਤੋ ਪੋਸ਼ਟ ਸੋ ਧਨੀ ਵਡੇਰਾ। ਤੇ ਫਿਰ ਤੁਸੀਂ ਆਪ ਬਹੁਤ ਅਮੀਰ ਵੀ ਹੋ, ਬੜੀ ਮਾਇਆ ਵੀ ਹੈ ਤੁਹਾਡੇ ਕੋਲ। ਤੇ ਇਸ ਧੀਰਮਲ ਦੇ ਕੋਲ ਇੱਕ ਮਸੰਦ ਵੀ ਸੀ। ਉਹ ਮਸੰਦ ਜਿਹੜਾ ਆਪ, ਜਿਹਦਾ ਨਾਂ ਸੀ ਸ਼ੀਹਾਂ ਮਸੰਦ। ਅੱਗੇ ਇਹਦਾ ਜ਼ਿਕਰ ਆਏਗਾ ਵੀ ਕਿਹੜੇ ਕਿਹੜੇ ਪਾਪ ਇਸ ਪਾਪੀ ਸ਼ੀਹੇ ਨੇ ਕੀਤੇ। ਇਹ ਆਪ ਬੜਾ ਬਲੀ ਸੀ, ਬੜਾ ਤਾਕਤਵਰ, ਬੜਾ ਉੱਚੀ ਇਹਦੀ ਕਦ ਕਾਠੀ।
ਤੇ ਅਮੀਰ ਵੀ ਬੜਾ ਸੀ, ਭਾਵ ਬਾਕੀਆਂ ਨਾਲੋਂ ਜ਼ਿਆਦਾ ਅਮੀਰ ਸੀ, ਧੀਰਮਲ ਦੇ ਨਾਲ ਰਹਿੰਦਾ ਸੀ। ਮਨ ਜਿਸ ਕੋ ਕਰਿਓ ਕਨੇਰਾ, ਤੇ ਧੀਰਮਲ ਜਿਹੜਾ ਨਾ ਸਭ ਤੋਂ ਵੱਧ ਇਹਦੀ ਗੱਲ ਮੰਨਦਾ ਸੀ। ਸਾਮੈ ਜਿਸ ਕੇ ਬਾਕ ਪਰਮਾਨ, ਜਿਹਦੇ ਸਾਰਿਆਂ ਦੇ ਵਿੱਚ ਬਾਕ ਪ੍ਰਮਾਣ, ਭਾਵ ਜਿਹਦੀ ਗੱਲ ਪ੍ਰਮਾਣਿਕ ਹੁੰਦੀ ਸੀ। ਜਿਹੜੀ ਗੱਲ ਇਹਦਾ ਧੀਰਮਲ ਦਾ ਮਸੰਦ ਕਹਿ ਦਿੰਦਾ ਨਾ, ਧੀਰਮਲ ਉਸ ਗੱਲ ਨੂੰ ਟਾਲਦਾ ਨਹੀਂ ਸੀ। ਧੀਰ ਮਲ ਅਨੁਸਾਰੀ ਜਾਨ, ਧੀਰਮਲ ਜਿਹੜਾ ਸੀ ਉਹ ਵੀ ਇਹਦੀ ਆਗਿਆ ਵਿੱਚ ਸੀ, ਅਨੁਸਾਰੀ ਸੀ। ਸ਼ਿਹਾ ਨਾਮ ਤਿਸੀ ਕੋ ਹੈ, ਉਸ ਮਸੰਦ ਦਾ ਨਾਮ ਸੀ ਸ਼ੀਹਾ ਮਸੰਦ। ਗੁਰ ਸੋ ਦਰੋ ਕਰਤ ਬੋਚ ਰਹੇ, ਤੇ ਜਿਹਦੇ ਮਨ ਵਿੱਚ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਤੀ ਵੈਰ ਸੀ, ਈਰਖਾ ਸੀ। ਲੋਭੀ ਕੁਟਲ ਕਠੋਰ ਮਹਾਨਾ, ਇਹ ਜਿਹੜਾ ਪਾਪੀ ਬਹੁਤ ਵੱਡਾ ਮਾਇਆ ਦਾ, ਪੈਸੇ ਦਾ ਲੋਭੀ ਸੀ। ਔਰ ਜਿਹੜਾ ਲੋਭੀ ਹੋਵੇ ਨਾ, ਲੋਭੀ ਪੈਸੇ ਦਾ ਲੋਭ ਹੋਵੇ ਜਿਹਨੂੰ, ਉਹਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਸ਼ਬਦ ਵਰਤਿਆ। ਉਹਦੇ ਲਈ ਸ਼ਬਦ ਵਰਤਿਆ ਵੀ ਉਹ ਬੰਦਾ ਜਿਹੜਾ ਨਾ ਹਲਕੇ ਕੁੱਤੇ ਵਰਗਾ ਹੋ ਜਾਂਦਾ। ਉਹਦੀ ਜਿਹੜੀ ਸੁਰਤ ਹੁੰਦੀ ਹੈ ਨਾ, ਸੋਚ, ਜਿਹਨੂੰ ਸਿਰਫ ਪੈਸਾ ਹੀ ਦਿਖੇ। ਜਿਹੜਾ ਧਰਮ ਨੂੰ ਧੰਦਾ ਬਣਾ ਲੇ, ਜਿਹਦੇ ਵਾਸਤੇ ਧਰਮ ਕੇਵਲ ਦੁਕਾਨ ਹੈ, ਵੀ ਦੁਕਾਨ ਤੇ ਜਾ ਕੇ ਬੈਠਣਾ ਤੇ ਇੰਨੇ ਪੈਸੇ ਆਉਣੇ, ਧਰਮ ਦੀ ਗੱਲ ਕਰਨੀ ਤੇ ਇੰਨੇ ਪੈਸੇ ਆਉਣੇ, ਜਿਹਦੇ ਲਈ ਧਰਮ ਕੇਵਲ ਧੰਦਾ ਹੈ, ਧਰਮ ਕੇਵਲ ਦੁਕਾਨ ਹੈ, ਕੇਵਲ ਪੈਸੇ ਦਾ ਜ਼ਰੀਆ ਹੈ, ਫਿਰ ਉਹਦੇ ਲਈ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਵੀ ਜਿਹੜਾ ਲੋਭੀ ਮਨੁੱਖ ਹੈ ਨਾ, ਉਹਦੀ ਸੁਰਤ ਬਿਰਤ, ਉਹਦੀ ਸੋਚ ਹਲਕੇ ਕੁੱਤੇ ਵਰਗੀ ਹੋ ਜਾਂਦੀ ਹੈ। ਜੋ ਕੋਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਕਿ ਜਿਹੜਾ ਲੋਭ ਵਿੱਚ, ਲੋਭ ਦੇ ਪ੍ਰਭਾਵ ਵਿੱਚ ਜੀਣ ਵਾਲਾ ਮਨੁੱਖ ਹੈ ਨਾ, ਉਹ ਹਲਕੇ ਕੁੱਤੇ ਵਰਗਾ ਹੋ ਜਾਂਦਾ। ਕੀ ਕਰਨਾ ਕੀ ਨਹੀਂ ਕਰਨਾ, ਉਹ ਕਰਨ ਯੋਗ ਨਾ ਕਰਨ ਯੋਗ ਕੰਮ ਵੀ ਫਿਰ ਸਾਰੇ ਕਰਦਾ ਹੈ। ਦੁਸ਼ਟ ਮੂੜ ਸ਼ੁਭ ਪੰਥ ਅਜਾਨਾ, ਤੇ ਇਹ ਜਿਹੜਾ ਮੂਰਖ ਸੀ, ਸ਼ੀਹਾ ਬੜਾ ਦੁਸ਼ਟ ਸੀ, ਮੂਰਖ ਸੀ, ਗੁਰਮਤ ਦੇ ਪੰਥ ਰਸਤੇ ਤੋਂ ਬਿਲਕੁਲ ਅਣਜਾਣ ਨਾਦਾਨ ਸੀ। ਸੁਨੋ ਗੁਰੂ ਤੋ ਮੇਰੀ ਬਾਤ, ਉਸ ਵੇਲੇ ਇਹ ਸ਼ੀਹਾ ਮਸੰਦ ਬੋਲਿਆ, ਆਖਣ ਲੱਗਾ, ਧੀਰਮਲ ਗੁਰੂ ਜੀ ਤੁਸੀਂ ਮੇਰੀ ਗੱਲ ਸੁਣਨਾ ਕਰੋ। ਮਹਿਮਾ ਰਾਵਰ ਜਾਏ ਬਲਾਤ, ਤੁਹਾਡੀ ਜਿਹੜੀ ਮਹਿਮਾ ਹੈ ਨਾ, ਉਹ ਸਾਰੇ ਸੋਢੀਆਂ ਦੇ ਵਿੱਚੋਂ ਬਹੁਤ ਜ਼ਿਆਦਾ ਹੈ। ਨਿਕਟ ਆਪ ਕੇ ਤਨੈ ਪਜਾਇਓ, ਤੇ ਫਿਰ ਵੇਖੋ ਵੀ ਆ ਜਿਹੜੇ ਬਾਕੀ ਨੇ ਤੁਹਾਡੇ ਨਾਲ ਦੇ ਹੋਰ ਸੋਢੀ, ਇਹ ਵੀ ਆਏ ਨੇ ਤੁਹਾਡੇ ਕੋਲ, ਇਹ ਸਾਰੇ ਦੱਸ ਰਹੇ ਨੇ ਵੀ ਤੁਹਾਡੇ ਹੁੰਦਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਗੁਰੂ ਬਣ ਕੇ ਬੈਠ ਗਏ। ਨੈ ਕਿਸ ਤੇ ਲਗੋ ਭੀ ਡਰ ਪਾਇਓ, ਤੇ ਤੁਹਾਡਾ ਉਹਨਾਂ ਨੇ ਰਤੀ ਭਰ ਵੀ ਕੋਈ ਡਰ ਭੈ ਨਹੀਂ ਮੰਨਿਆ। ਜਬ ਕੇ ਸਿੱਖ ਮਾਨ ਹੈ ਆਪੀ, ਤੇ ਜਿਹੜੇ ਸਿੱਖ ਨੇ ਉਹ ਤੇ ਦੂਰ ਦਰਾਡੇ ਤੋਂ ਆ ਕੇ ਤੁਹਾਨੂੰ ਹੁਣ ਤੱਕ ਮੰਨਦੇ ਸੀ। ਆਇਓ ਹਿਤੂ ਨਾ ਦਰਬ ਕਦਾਪੀ, ਤੇ ਇੰਨੀ ਮਾਇਆ ਤੇ ਹੁਣ ਤੱਕ ਆਈ ਨਹੀਂ ਜਿੰਨੀ ਆ ਮੱਖਣ ਸ਼ਾਹ ਲੈ ਕੇ ਆਇਆ। ਇੰਨਾ ਅਮੀਰ ਸਿੱਖ ਕਦੋਂ ਆਇਆ ਕੋਈ, ਵੀ ਜਿਹਨੇ 500 ਮੋਹਰ ਤੇਕ ਹੋਵੇ ਤੇ ਦਸਵੰਧ ਕਿੰਨਾ, ਉਹਦੀ ਗਿਣਤੀ ਨਹੀਂ। ਇਹ ਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਇੱਕੋ ਸਿੱਖ ਨੇ ਆ ਕੇ ਇੰਨੀ ਮਾਇਆ ਦੇ ਦਿੱਤੀ। ਏਕ ਜਾਮ ਸੋ ਨਿਕਸੂ ਬਾਹਰ, ਤੇ ਵੇਖੋ ਸਾਰਾ ਦਿਨ ਜੋ ਆਪਣੇ ਘਰ ਵਿੱਚ ਰਹਿੰਦੇ, ਰਾਤ ਨੂੰ ਕਦੀ ਕਦਾਈ ਘਰੋਂ ਬਾਹਰ ਨਿਕਲਦੇ ਸਨ। ਸਮੈ ਅਜੋ ਭਇਓ ਨ ਜਾਹਰ, ਤੇ ਅਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਰਿਆਂ ਵਿੱਚ ਪ੍ਰਗਟ ਜ਼ਾਹਰ ਨਹੀਂ ਹੋਏ। ਜਿਤਕ ਹਜ਼ਾਰਨ ਕੋ ਧਨ ਆਵਾ, ਤੇ ਜਿੰਨੀ ਵੀ ਇਹਨਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਮਾਇਆ ਆਈ, ਧਨ ਆਇਆ ਹੈ। ਇਸੀ ਪ੍ਰਕਾਰ ਜੇ ਹੋਏ ਚੜਾਵਾ, ਤੇ ਜੇ ਇਸੇ ਤਰੀਕੇ ਦੇ ਨਾਲ ਸਿੱਖ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਹਜ਼ਾਰਾਂ ਰੁਪਈਆ ਲਿਆ ਕੇ ਦੇਣਗੇ, ਸੈਨ ਸਕੇਲੇ ਬਰਿੰਦ ਸੁਖਾਰੀ, ਤੇ ਫਿਰ ਹੋਏਗਾ ਕੀ? ਫਿਰ ਤੇ ਸਾਡੇ ਲਈ ਬੜਾ ਮੁਸ਼ਕਲ ਹੈ। ਇਹਨਾਂ ਦੇ ਪਿਤਾ ਭਾਵ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜਿਵੇਂ ਆਪਣੇ ਕੋਲ ਫੌਜ ਰੱਖੀ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਫੌਜ ਰੱਖ ਲੈਣਗੇ, ਬਹੁਤ ਸਾਰੇ ਨੌਕਰ ਚਾਕਰ ਰੱਖ ਲੈਣਗੇ, ਆਪਣੇ ਕੋਲ ਸ਼ਸਤਰ ਹਥਿਆਰ ਰੱਖਣਗੇ, ਕਿਉਂਕਿ ਇਹ ਸਾਰਾ ਕੁਝ ਇਹਨਾਂ ਨੂੰ ਪਤਾ ਹੈ। ਕਰਤਾਰਪੁਰ ਸਾਹਿਬ ਦਾ ਜੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਆਪਣੇ ਪਿਤਾ ਦੀ ਅਗਵਾਈ ਵਿੱਚ ਲੜਿਆ। ਤੇ ਜੇ ਇਹਨਾਂ ਨੇ ਆ ਕੁਝ ਕਰ ਲਿਆ, ਸਿੱਖ ਰੱਖ ਲੈ, ਘੋੜ ਸਵਾਰ ਰੱਖ ਲੈ,
ਨਾਲ ਸ਼ਸਤਰ ਹਥਿਆਰ ਰੱਖ ਲਏ। ਐਸ਼ਵਰਜ ਬਦੇ ਘਟੈ ਤੁਮ ਸਾਰੇ। ਤੇ ਉਸ ਵੇਲੇ ਫਿਰ ਹੋਏਗਾ ਕਿ ਉਹਨਾਂ ਦਾ ਐਸ਼ਵਰਜ ਜਿਹੜਾ ਵਧੇਗਾ, ਤੁਹਾਡਾ ਸਾਰਿਆਂ ਦਾ ਘਟਦਾ ਜਾਏਗਾ। ਸ੍ਰੀ ਗੁਰੂ ਹਰਗੋਬਿੰਦ ਹਰ ਰਾਏ। ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਸਤਵੇਂ ਮਹਾਰਾਜ। ਤਿੰਨ ਤੇ ਅਦਕ ਕੇ ਸਭ ਬਨ ਜਾਏ। ਤੇ ਫਿਰ ਇਹ ਵੀ ਜਿਹੜੇ ਨੇ ਉਹਨਾਂ ਗੁਰੂ ਸਾਹਿਬਾਂ ਵਾਂਗੂ ਗੁਰੂ ਬਣ ਜਾਣਗੇ। ਕਛੂ ਉਪਾਏ ਨਾ ਚਲੇ ਤੁਮਾਰਾ। ਤੇ ਫਿਰ ਉਸ ਤੋਂ ਬਾਅਦ ਤੁਹਾਡੀ ਕੋਈ ਵਾਹ ਪੇਸ਼ ਨਹੀਂ ਜਾਵੇਗੀ। ਛਾਏ ਜਾਏ ਸਭ ਪਰ ਬਲ ਭਰ। ਇਹ ਤੁਸੀਂ ਸਾਰੇ ਦੇ ਸਾਰੇ ਦਬ ਜਾਓਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੁਹਾਡੇ ਸਾਰਿਆਂ ਦੇ ਉੱਪਰ ਪ੍ਰਭਾਵ ਪੈ ਜਾਵੇਗਾ। ਅਬ ਤੋ ਲਗੂ ਹੈ ਬਨੇ ਉਪਾਏ। ਦੇਖੋ ਇਹ ਤੇ ਕੱਲ ਦੀ ਗੱਲ ਅਜੇ ਵੀ ਮੱਖਣ ਸ਼ਾਹ ਨੇ ਪੈਸੇ ਲਿਆ ਕੇ ਦਿੱਤੇ ਤੇ ਉਹ ਪ੍ਰਗਟ ਹੋਏ। ਅਜੇ ਤੇ ਕੰਮ ਜਿਹੜਾ ਨਵਾਂ ਨਵਾਂ ਹੈ। ਹੁਣ ਜੇ ਆਪਾਂ ਸੋਚੀਏ ਕੁਝ ਉਪਾਅ ਕਰੀਏ ਤੇ ਕੋਈ ਨਾ ਕੋਈ ਯਤਨ ਹੋ ਜਾਵੇਗਾ। ਜਿਮ ਚਾਹੋ ਤਿਮ ਕਰੋ ਬਨਾਏ। ਜਿਵੇਂ ਆਪਾਂ ਚਾਹੀਏ ਉਵੇਂ ਹੀ ਕਰ ਸਕਦੇ ਹਾਂ। ਅਜੇ ਤੇ ਆਪਣੇ ਵੱਸ ਹੈ। ਨਹੀਂ ਦਾਸ ਭੱਟ ਚੱਕਰ ਨਹੀਂ। ਅਜੇ ਉਹਨਾਂ ਦੇ ਕੋਲ ਨਾ ਕੋਈ ਬਹੁਤੇ ਦਾਸ ਨੇ, ਨਾ ਕੋਈ ਨੌਕਰ ਚਾਕਰ, ਨਾ ਸੇਵਕ ਹਨ। ਕਹਿ ਗੈ ਲਿਓ ਰੱਖੋ ਨਿਜ ਪਾਹੀ। ਤੇ ਜੇ ਆਪਾਂ ਚਾਹੀਏ ਤੇ ਉਹਨਾਂ ਨੂੰ ਭਾਵੇਂ ਫੜ ਕੇ ਲਿਆ ਕੇ ਆਪਣੇ ਕੋਲ ਬੰਦੀ ਬਣਾ ਕੇ ਰੱਖ ਲਈਏ। ਇਸ ਤਰੀਕੇ ਨਾਲ ਧੀਰ ਮੱਲ ਦਾ ਪਾਪੀ ਮਸੰਦ ਸ਼ੀਹਾ ਧੀਰ ਮੱਲ ਦੇ ਕੋਲ ਇਸ ਤਰ੍ਹਾਂ ਦੀਆਂ ਵਿਉਂਤਾਂ ਬਣਾ ਕੇ ਸਲਾਮਾਂ ਦਿੰਦਾ ਹੈ। ਕਿਸ ਤਰ੍ਹਾਂ ਧੀਰ ਮੱਲ ਵਿਚਾਰ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਪਰ ਜਾਨਲੇਵਾ ਹਮਲਾ ਕਰਵਾਉਂਦਾ, ਗੋਲੀ ਚਲਵਾਉਂਦਾ। ਤੇ ਇਹ ਪਾਪੀ ਸ਼ੀਹਾ ਕਿਵੇਂ ਸਤਿਗੁਰੂ ਮਹਾਰਾਜ ਜੀ ਦੇ ਉੱਪਰ ਗੋਲੀ ਚਲਾਉਂਦਾ ਹੈ। ਗਰੀਬ ਨਵਾਜ ਮਹਾਰਾਜ ਜੀ ਦਾ ਕਿਵੇਂ ਬਚਾਅ ਹੁੰਦਾ ਹੈ। ਥੋੜੀ ਜੀ ਮਸਤਕ ਨੂੰ ਛੂਹ ਕੇ ਗੋਲੀ ਲੰਘਦੀ। ਇਹ ਪ੍ਰਸੰਗ ਆਪ ਜੀ ਅਗਲੇ ਦੀਵਾਨਾਂ ਵਿੱਚ ਸਰਵਣ ਕਰ ਸਕੋਗੇ। ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ